ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਆਪ ਸੰਗਤਾਂ ਨੇ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਉਸ ਅਗੰਮੀ ਫੁਰਮਾਨ ਦੀ ਵਿਚਾਰ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ, ਵਿਮਲ ਬੁੱਧ ਸਤਿਗੁਰ ਸਮਾਣੋ। ਭੱਟ ਕਲ ਸੁਹਾਰ ਜੀ ਇਸ ਪਾਵਨ ਬਾਣੀ ਨੂੰ ਪ੍ਰਗਟ ਕਰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 1407 ਅੰਗ ਉੱਪਰ ਇਹ ਦਰਜ ਹੈ। ਇਹਨਾਂ ਪਾਵਨ ਸ਼ਬਦਾਂ ਦੇ ਵਿੱਚ, ਅਲਫਾਜ਼ਾਂ ਦੇ ਵਿੱਚ ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਗੰਮੀ ਵਡਿਆਈ ਹੈ। ਬਾਣੀ ਦੀ ਜੋ ਮਹਿਮਾ ਹੈ, ਮਹਾਨਤਾ ਹੈ, ਗੁਰੂ ਗ੍ਰੰਥ ਸਾਹਿਬ ਪ੍ਰਗਟ ਕਰਦੇ ਨੇ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਆ ਸੁਖ ਹੋਏ। ਗੁਰੂ ਦੀ ਸ਼ਰਨ ਪੈ ਕੇ ਜਿਹੜਾ ਉਹਨਾਂ ਦੀ ਬਖਸ਼ੀ ਬਾਣੀ ਰਾਹੀਂ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ, ਉਹ ਇੱਕ ਦਿਨ ਗਾਉਂਦਿਆਂ ਗਾਉਂਦਿਆਂ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਜੋ ਕੋਈ ਵੀ ਬਾਣੀ ਨੂੰ ਹਿਰਦੇ ਵਿੱਚ ਸੰਭਾਲ ਲਵੇਗਾ, ਮਹਾਰਾਜ ਕਹਿੰਦੇ ਉਹਦੇ ਜੀਵਨ ਵਿੱਚ ਸੁੱਖ ਹੀ ਸੁੱਖ ਨੇ। ਦੁੱਖਾਂ ਵਿੱਚ ਵੀ ਸੁੱਖਾਂ ਦੀ ਪ੍ਰਾਪਤੀ ਉਸ ਨੂੰ ਹੋਵੇਗੀ। ਸਮ ਅਵਸਥਾ ਮਿਲ ਜਾਵੇਗੀ, ਦੁੱਖ ਸੁੱਖ ਸਮ ਜਾਣੇਗਾ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਸਾਨੂੰ ਬਾਣੀ ਦੇ ਅਰਥ ਨਹੀਂ ਆਉਂਦੇ, ਤੇ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ? ਵੇਖੋ, ਜਦੋਂ ਕੋਈ ਦਰਦ ਹੋਵੇ, ਬੁਖਾਰ ਹੋਵੇ, ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ,
ਉਹ ਕੋਈ ਦਵਾਈ ਦੇ ਦਿੰਦਾ, ਪੈਰਾਸੀਟਾਮੋਲ ਆਦਿਕ। ਅਸੀਂ ਕਦੇ ਡਾਕਟਰ ਨੂੰ ਨਹੀਂ ਪੁੱਛਿਆ ਵੀ ਇਹ ਦਵਾਈ ਦੇ ਅਰਥ ਕੀ ਨੇ, ਕਿਹੜੇ ਇੰਗਰੀਡੀਐਂਟਸ ਇਹਦੇ ਵਿੱਚ ਪੈਂਦੇ ਨੇ, ਕਿਹੜੇ ਤਾਤੇ ਦੇ ਵਿੱਚ ਨੇ, ਕਿਹੜੀ ਸਮੱਗਰੀ ਇਹਦੇ ਵਿੱਚ ਹੈ। ਬਸ ਗੋਲੀ ਖਾਧੀ, ਬੁਖਾਰ ਉਤਰ ਗਿਆ। ਇਸੇ ਤਰ੍ਹਾਂ ਹੀ ਬਾਣੀ ਦਾ ਪ੍ਰਤਾਪ ਹੈ। ਤੈਨੂੰ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ, ਬਾਣੀ ਨੇ ਅਸਰ ਕਰਨਾ ਹੀ ਕਰਨਾ ਹੈ ਜਦੋਂ ਗਲੂਏ 'ਚੋਂ ਥੱਲੇ ਉਤਰ ਗਈ। ਚਾਹੇ ਤੂੰ ਗਿਆਨੀ ਹੈ ਜਾਂ ਅਗਿਆਨੀ ਹੈ, ਵਿਚਾਰਵਾਨ ਹੈ, ਫਲ ਵੱਧ ਜਾਵੇਗਾ। ਨਹੀਂ ਵੀ ਵਿਚਾਰ ਆਉਂਦੀ ਤੇ ਬਾਣੀ ਪੜ੍ਹੀ ਅਜਾਈ ਨਹੀਂ ਜਾਂਦੀ। ਜਿਹੜਾ ਬੀਜ ਧਰਤੀ ਵਿੱਚ ਸੁੱਟਿਆ ਹੋਵੇ ਨਾ, ਉਹਨੇ ਉੱਗਣਾ ਹੀ ਉੱਗਣਾ ਹੈ। ਇਹ ਠੀਕ ਹੈ ਵੀ ਜੋ ਸਾਂਭ ਸੰਭਾਲ ਸਹੀ ਤਰ੍ਹਾਂ ਕਰੇ, ਸਿਆਣਪ ਨਾਲ ਕਰੇ, ਉਹਨੂੰ ਫਲ ਵੱਧ ਮਿਲ ਜਾਂਦਾ ਹੈ। ਬਹੁਤੀ ਸਾਂਭ ਨਾ ਕਰਨ ਵਾਲੇ ਨੂੰ ਫਲ ਘੱਟ ਮਿਲਦਾ ਹੈ, ਪਰ ਉਹ ਬੀਜ ਅਜਾਈ ਨਹੀਂ ਜਾਂਦਾ। ਬਾਣੀ ਦਾ ਕੁਝ ਐਸਾ ਪ੍ਰਤਾਪ ਹੈ। ਮਹਾਰਾਜ ਕਹਿੰਦੇ ਨੇ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਾਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਜਿਹੜਾ ਵੀ ਬਾਣੀ ਨੂੰ ਗਾਵੇਗਾ ਉਹਦੇ ਦੁੱਖ ਮਿਟਣੇ ਨੇ, ਉਹਦੇ ਜੀਵਨ ਵਿੱਚ ਅੰਮ੍ਰਿਤ ਹੀ ਬਰਸੇਗਾ, ਸੁੱਖ ਹੀ ਬਰਸੇਗਾ, ਆਨੰਦ ਹੀ ਬਰਸੇਗਾ, ਅਮਰਾ ਪਦ ਮਹਾਂਪੁਰਸ਼ਾਂ ਵਾਲਾ ਪਾਵੇਗਾ। ਉਹਦਾ ਨਾਮ ਸਦਾ ਦੁਨੀਆ 'ਤੇ ਪ੍ਰਗਟ ਰਹੇਗਾ। ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ, ਹਰ ਕਾ ਸੰਤ ਸਤਿਗੁਰ ਸਤਿਪੁਰਖਾ, ਜੋ ਬੋਲੇ ਹਰ ਹਰ ਬਾਣੀ, ਜੋ ਜੋ ਕਹੈ ਸੁਣੈ ਸੋ ਮੁਕਤਾ, ਹਮ ਤਿਸ ਕੈ ਸਦ ਕੁਰਬਾਨੀ। ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਪਾਤਸ਼ਾਹ ਪਿਆਰੇ ਗੁਰੂ ਨਾਨਕ ਜੀ, ਜੋ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪ੍ਰਗਟ ਕਰਦੇ ਨੇ, ਜਿਹੜਾ ਉਹਨਾਂ ਦੀ ਬਾਣੀ ਨੂੰ ਸੁਣ ਲਵੇ। ਹੁਣ ਕਈ ਵਾਰ ਬੰਦੇ ਦੀ ਜ਼ੁਬਾਨ ਨਹੀਂ ਚੱਲਦੀ, ਪਾਠ ਸ਼ੁੱਧ ਨਹੀਂ ਕਰਨਾ ਜਾਣਦਾ। ਹੁਣ ਜੇ ਕੋਈ ਆਖੇ ਵੀ ਉਹ ਜੀਵਨ ਮੁਕਤ ਨਹੀਂ ਹੋ ਸਕਦਾ, ਤੇ ਵਿਚਾਰ ਠੀਕ ਨਹੀਂ। ਉਹ ਸੁਣ ਤੇ ਸਕਦਾ ਹੈ ਨਾ ਬਾਣੀ, ਜੇ ਨਹੀਂ ਪੜ੍ਹ ਸਕਦਾ। ਤੇ ਜਦੋਂ ਬਾਣੀ ਸੁਣੇਗਾ, ਸੁਣਨ ਵਾਲਾ ਵੀ ਮਹਾਰਾਜ ਕਹਿੰਦੇ ਨੇ ਰੋਗਾਂ ਤੋਂ ਸੋਗਾਂ ਤੋਂ ਮੁਕਤ ਹੋਵੇਗਾ। He will be liberated। 84 ਲੱਖ ਜੂਨਾਂ ਤੋਂ ਨਿਜਾਤ ਹਾਸਲ ਕਰੇਗਾ। ਸੋ ਜਿਹੜੇ ਸੁਣਦੇ ਵੀ ਨੇ ਉਹਨਾਂ ਤੋਂ ਵੀ ਮਹਾਰਾਜ ਕਹਿੰਦੇ ਅਸੀਂ ਵਾਰੇ ਜਾਂਦੇ ਹਾਂ। ਭਾਈ ਨੰਦ ਲਾਲ ਜੀ ਨੇ ਆਪਣੀ ਗਜ਼ਲ ਦੇ ਵਿੱਚ ਬਾਣੀ ਦੀ ਮਹਿਮਾ ਪ੍ਰਗਟ ਕੀਤੀ ਹੈ। ਹਰ ਕਸ ਸ਼ੁਨੀਦ ਹੈ ਅਸਤ, ਬਾਦਿਲ ਗੁਫਤਗੂਏ ਖਾਸ, ਅਜ ਸਦ ਗਮੇ ਸ਼ਦੀਦ ਸ਼ੁਦਾ, ਜ਼ੂਦ ਤਰ ਖਲਾਸ। ਉਹ ਮਹਾਤਮਾ ਕਹਿੰਦੇ ਨੇ, ਹਰ ਕਸ, ਜਿਸ ਕਿਸੇ ਨੇ ਵੀ, ਸ਼ੁਨੀਦਹ ਦਾ ਮਤਲਬ ਹੁੰਦਾ ਹੈ ਸੁਣਿਆ ਹੈ, ਬਾਦਿਲ ਦਿਲੋਂ ਪ੍ਰੇਮ ਦੇ ਨਾਲ। ਕੀ ਸੁਣਿਆ ਜੀ? ਗੁਫਤਗੂਏ, ਗੁਰੂ ਦੀ ਗੱਲਬਾਤ, ਵਿਸ਼ੇਸ਼ ਖਾਸ ਗੁਰਾਂ ਦੀ ਬਾਣੀ ਜਿਸ ਨੇ ਸੁਣੀ ਹੈ। ਪੁੱਛੋ ਭਾਈ ਨੰਦ ਲਾਲ ਫਿਰ ਕੀ ਮਿਲਿਆ? ਸ਼ਦੀਦ ਕਹਿੰਦੇ ਨੇ ਬੜਾ ਕਰੜਾ, ਜ਼ੂਦਤਰ ਕਹਿੰਦੇ ਨੇ ਬੜੀ ਛੇਤੀ, ਖਲਾਸ ਬੰਧਨ ਰਹਿਤ ਹੋਣਾ। ਉਹ ਬੜੀ ਛੇਤੀ ਬੜੇ ਕਰੜੇ ਗਮਾਂ ਤੋਂ ਮੁਕਤ ਹੋ ਗਿਆ, ਦੁੱਖਾਂ ਤੋਂ ਮੁਕਤ ਹੋ ਗਿਆ, 84 ਲੱਖ ਜੂਨਾਂ ਤੋਂ ਮੁਕਤ ਹੋ ਗਿਆ। ਬਾਣੀ ਦਾ ਐਸਾ ਪ੍ਰਤਾਪ ਹੈ। ਅੱਛਾ, ਬਾਣੀ ਉਚਾਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੀ ਮੁਕਤੀ ਬਖਸ਼ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਦਿਦਾਰੇ ਹੀ ਨਿਜਾਤ ਦੇ ਦਿੰਦੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ,
ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਬਾਸ ਨਾ ਭਰਿਆ ਰੇ। ਗੁਰਾਂ ਦੀ ਬਾਣੀ ਗਾਈ ਵੀ ਸਫਲੀ, ਸੁਣੀ ਵੀ ਸਫਲੀ, ਗੁਰਾਂ ਦੇ ਦਰਸ਼ਨ ਵੀ ਸਫਲੇ। ਸੋ ਤੁਸੀਂ ਵਡਭਾਗੇ ਹੋ ਜਿਹੜੇ ਨਿਤਾ ਪ੍ਰਤੀ ਗੁਰਦੁਆਰਾ ਸਾਹਿਬ ਆ ਕੇ ਬਾਣੀ ਸੁਣਦੇ ਹੋ, ਬਾਣੀ ਪੜ੍ਹਦੇ ਹੋ, ਔਰ ਜੋ ਗੁਰਮੁਖ ਜਨ ਜ਼ਿਹਨ ਵਿੱਚ ਬਾਣੀ ਟਿਕਾਉਂਦੇ ਨੇ, ਸਭ ਨੂੰ ਮਹਾਰਾਜ ਮੁਕਤੀ ਬਖਸ਼ਦੇ ਨੇ। ਐਸੀ ਗੁਰਾਂ ਦੀ ਪਵਿੱਤਰ ਬਾਣੀ ਹੈ। ਯਤਨ ਕਰਿਆ ਕਰੋ, ਚਾਹੇ 5 ਮਿੰਟ ਹੀ ਚੌਂਕੜਾ ਲਾਓ, ਜਪਜੀ ਪੜ੍ਹੋ, ਜਾਪ ਪੜ੍ਹੋ, ਸਵਈਏ ਚੌਪੀ ਆਨੰਦ ਪੜ੍ਹੋ, ਵਾਹਿਗੁਰੂ ਦਾ ਸਿਮਰਨ ਕਰੋ। ਅਜਾਈ ਨਹੀਂ ਜਾਂਦਾ, ਅਰਥ ਸਮਝ ਆਉਂਦੇ ਨੇ ਜਾਂ ਨਹੀਂ ਆਉਂਦੇ। ਇਹ ਬਾਣੀ ਗਮਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਬੰਧਨਾਂ ਤੋਂ ਨਿਜਾਤ ਦਿਵਾ ਦਿੰਦੀ ਹੈ। ਭੱਟ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਖੇਲ ਗੂੜਾ ਰਚਿਆ ਹੋਇਆ ਹੈ। ਖੇਲ ਦਾ ਮਤਲਬ ਤੁਸੀਂ ਸਮਝਦੇ ਹੀ ਹੋ, ਕ੍ਰੀੜਾ। ਹੁਣ ਜਿਵੇਂ ਬੱਚੇ ਖੇਡਦੇ ਨੇ, ਉਹ ਕਦੇ ਰੇਤਾ ਦਾ ਮਹਿਲ ਬਣਾ ਦਿੰਦੇ ਨੇ ਨਦੀ ਦੇ ਕੰਢੇ, ਕਦੇ ਢਾਹ ਦਿੰਦੇ ਨੇ। ਪਰਮਾਤਮਾ ਲਈ ਦੁਨੀਆ ਇੱਕ ਖੇਡ ਹੈ, ਇਹਦੇ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ। ਇੱਕ ਲੀਲਾ ਹੈ, ਇੱਕ ਕੌਤਕ ਹੈ। ਬਾਣੀ ਚਾਹੁੰਦਾ ਨਾ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਪਰਮਾਤਮਾ ਇੱਕ ਤੋਂ ਅਨੇਕ ਹੈ। ਉਹ ਨਿਰਗੁਣ ਸਰੂਪ ਹਰ ਜ਼ਰੇ 'ਚ ਸਮਾਇਆ ਹੋਇਆ ਹੈ। ਜਿੱਥੇ ਇੱਕ ਤੋਂ ਅਨੇਕ ਹੋ ਜਾਂਦਾ, ਉੱਥੇ ਅਨੇਕਤਾ ਤੋਂ ਇੱਕ ਵੀ ਹੋ ਜਾਂਦਾ। ਸਾਰੀ ਦੁਨੀਆ ਨੂੰ ਗਰਕ ਕਰਕੇ, ਸਾਰੀ ਦੁਨੀਆ ਦਾ ਖੁਰਾ ਖੋਜ ਮਿਟਾ ਕੇ, ਹੀ ਵਾਈਂਡਸ ਅਪ ਦਾ ਡਰਾਮਾ। ਇੰਗਲਿਸ਼ ਦਾ ਵਿਦਵਾਨ ਕਹਿੰਦਾ ਇਹ ਦੁਨੀਆ ਦਾ ਡਰਾਮਾ ਰੰਚਕ ਮਾਤਰ ਸਮੇਂ ਵਿੱਚ ਉਹ ਖਤਮ ਕਰ ਦਿੰਦਾ ਹੈ, ਸਮੇਟ ਲੈਂਦਾ ਹੈ, ਆਪ ਹੀ ਰਹਿ ਜਾਂਦਾ ਹੈ ਮੁੱਖ ਪਾਤਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਇ ਕੇ ਫਿਰ ਆਗ ਮੈਂ ਮਿਲਾਹੇਂਗੇ। जैसे एक धूर ते अनेक धूर पूरत है, धूर के कनूका फिर धूर ही समाहेंगे। महाराज कहते जदों अग बलदी है ना ते करोड़ां कनूका भाव चिणगां उठदियां ने, अग चों चंगियाड़े उठदे ने। अग बुझ जाती है, चिणगां मिट जांदियां ने। कित्थे गईयां? कहंदे अग विच ही समा गईयां, चंगियाड़े अग विच ही अलोप हो गए। हनेरी आउंदी है, धूड़ उड्डदी है, किन्ने जरे उड्डदे ने उहदे च। कित्थे गए? जदों खेल मुक्या, तमाशा मुक्या, वो मिट्टी विच फिर अभेद हो गए। धूड़ दे कण मिट्टी विच मिल जांदे ने। अगे कहंदे जैसे एक नद ते तरंग कोट उपजत है, पान के तरंग सब पान ही कहाहेंगे। पानी ते सागर ते करोड़ां छलां उठदियां ने, कुछ समय लई जुदा जापियां किथे गईयां? सागर विच ही मिल गईयां। तैसे विश्व रूप ते अभूत भूत प्रगट होए, ताही ते उपज सब ताही में समाहेंगे। इदां ही अकाल पुरख तो विराट परमात्मा तो सूक्ष्म स्थूल जड़ चेतन जीव पैदा हुंदे ने, पत्थर आदਿਕ पैदा हुंदे ने। जदों मिटदे ने उसे विच ही अभेद हो जाते ने। ऐसी दुनिया की रचना है। करन वाला केवल परमेश्वर है तो मिटाउण वाला भी वही है। कईयां ने ताकतां ना डिवाइड कीतियां होईयां। कई कहंदे ने पैदा कोई करदा, पालदा कोई है, मिटाउंदा कोई है। कई कह दिंदे जी बुरी भावना वाले ये शैतान दे बनाए ने, चंगी भावना वाले खुदा दे बनाए ने। गुरु ग्रंथ साहिब कहंदे नहीं, इक्को ही है।
ਅਕਾਲ ਪੁਰਖ ਖੁਦਾ ਵਾਹਿਗੁਰੂ ਉਹਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਹੈ। 84 ਲੱਖ ਜੂਨਾਂ ਨੇ, ਚਾਹੇ ਕੋਈ ਚੰਗਾ ਹੈ ਕੋਈ ਮੰਦਾ ਹੈ। ਗੁਰੂ ਨਾਨਕ ਸਾਹਿਬ ਨੇ ਬੜਾ ਸੁੰਦਰ ਫੁਰਮਾਨ ਕੀਤਾ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ। ਕਹਿੰਦੇ ਨਾ ਕੋਈ ਅਰਬਦ ਗਿਣਤੀ ਸੀ, ਨਰਬਦ ਕਈ ਵਾਰ ਆਪਾਂ ਕਹਿ ਦਿੰਦੇ ਨਾ ਅਗਿਣਤ ਹੈ, ਗਿਣਿਆ ਨਹੀਂ ਜਾ ਸਕਦਾ, ਐਸਾ ਕੁਝ ਵੀ ਨਹੀਂ ਸੀ। ਦੁਨੀਆ ਦੀ ਕੋਈ ਰਚਨਾ ਨਹੀਂ ਸੀ। There was utter darkness, ਧੁੰਦੂਕਾਰਾ, ਧੁੰਦੀ ਧੁੰਦ, ਹਨੇਰ ਗਰਦੀ ਛਾਈ ਹੋਈ ਸੀ। ਨਾ ਧਰਤੀ ਸੀ, ਨਾ ਮਹਾਰਾਜ ਕਹਿੰਦੇ ਨੇ ਕੋਈ ਇੱਥੇ ਆਕਾਸ਼ ਸੀ, ਨਾ ਦਿਨ ਨਾ ਰਾਤ, ਨਾ ਚੰਦ ਨਾ ਸੂਰਜ, ਕੇਵਲ ਅਕਾਲ ਪੁਰਖ ਇਕੱਲਾ ਸੀ, ਸਮਾਧੀ ਲਾ ਕੇ ਬੈਠਾ ਹੋਇਆ। ਸ਼ੂਨਿਆ ਹੀ ਸ਼ੂਨਿਆ, ਹੋਰ ਕੁਝ ਵੀ ਨਹੀਂ ਸੀ। ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ। ਨਾ ਚਾਰ ਖਾਣੀਆਂ ਹੀ ਸਨ। ਚਾਰ ਖਾਣੀਆਂ ਨੇ ਨਾ, ਅੰਡਜ ਜੇਰਜ ਸੇਤਜ ਉਤਪੁਜ। ਕੁਝ ਆਂਡਿਆਂ ਚੋਂ ਪੈਦਾ ਹੁੰਦੇ ਨੇ, ਕੁਝ ਮੁੜ ਕੇ ਆਦਿਕ ਚੋਂ, ਕੁਝ ਧਰਤੀ ਦੀ ਹਿੱਕ ਪਾੜ ਕੇ, ਕੁਝ ਜੇਰ ਚੋਂ ਮਨੁੱਖ ਆਦਿਕ। ਮਹਾਰਾਜ ਕਹਿੰਦੇ ਐਸਾ ਕੁਝ ਵੀ ਨਹੀਂ ਸੀ, ਪੌਣ ਪਾਣੀ ਨਹੀਂ ਸੀ, ਨਾ ਉਤਪਤੀ ਹੁੰਦੀ ਸੀ। ਜੇ ਉਤਪਤੀ ਨਹੀਂ ਤੇ ਉੱਥੇ ਖਪਤ ਕੀ ਹੋਵੇਗੀ, ਮਰਨਾ ਕੀ ਹੋਵੇਗਾ, ਆਵਾਗਮਨ ਕੀ ਹੋਵੇਗਾ। ਖੰਡ ਪਤਾਲ ਸਬਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏ ਦਾ। ਨਾ ਕੋਈ ਪਤਾਲ, ਨਾ ਕੋਈ ਆਕਾਸ਼, ਨਾ ਨਦੀ, ਨਾ ਕੋਈ ਜਲ, ਨਾ ਕੋਈ ਸਾਗਰ। ਨਾ ਤਦ ਸੁਰਗ ਮਛ ਪਿਆਲਾ, ਦੋਜਕ ਪਿਸਤ ਨਹੀਂ ਖੈ ਕਾਲਾ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏ ਦਾ। ਨਾ ਉਸ ਸਮੇਂ ਸਵਰਗ ਲੋਕ ਸੀ, ਨਾ ਮਾਤ ਲੋਕ ਸੀ, ਨਾ ਪਾਤਾਲ ਲੋਕ ਸੀ, ਨਾ ਦੋਜਕ, ਨਰਕਾਂ ਨੂੰ ਕਹਿ ਦਿੰਦੇ ਨਾ ਮੁਸਲਮਾਨ ਵੀਰ, ਐਸਾ ਕੁਝ ਨਹੀਂ ਸੀ। ਪਿਸਤ ਵੀ ਨਹੀਂ ਸੀ, ਸਵਰਗ ਵੀ ਨਹੀਂ ਸੀ। ਹੁਣ ਮਹਾਰਾਜ ਕਹਿੰਦੇ ਨੇ ਜੰਮਣ ਮਰਣੀ ਨਹੀਂ, ਨਰਕ ਸਵਰਗ ਹੀ ਨਹੀਂ, ਕਰਮ ਗਾਤੀ ਨਹੀਂ, ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ। ਅਵਰ ਨਾ ਦੀਸੈ ਏਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਏ ਦਾ। ਨਾ ਬ੍ਰਹਮਾ ਜੀ ਸੀ, ਨਾ ਵਿਸ਼ਨੂੰ ਸੀ, ਨਾ ਸ਼ਿਵ ਜੀ ਸੀ। ਨਾਰੀ ਪੁਰਖ ਦਾ ਕੋਈ ਵਜੂਦ ਨਹੀਂ ਸੀ, ਨਾ ਦੁੱਖ ਸੁੱਖ ਹੀ ਉਦੋਂ ਸਨ। ਭਾਉ ਨਾ ਭਗਤੀ ਨਾ ਸਿਵ ਸ਼ਕਤੀ, ਸਾਜਨ ਮੀਤ ਬਿੰਦ ਨਹੀਂ ਰਖਤੀ। ਆਪੇ ਸਾਹੋ ਆਪੇ ਵਣਜਾਰਾ, ਸਾਚੇ ਇਹੋ ਪਾਏ ਦਾ। ਨਾ ਕੋਈ ਭਗਤੀ ਨਾ ਸ਼ਕਤੀ ਸੀ, ਨਾ ਸ਼ਿਵ ਸ਼ਕਤੀ, ਈਸ਼ਰ ਮਾਇਆ, ਕੁਝ ਵੀ ਐਸਾ ਨਹੀਂ ਸੀ। ਨਾ ਸੱਜਣ ਤਾਈ, ਨਾ ਦੁਸ਼ਮਣੀ, ਨਾ ਰਖਤ, ਨਾ ਬਿੰਦ, ਨਾ ਮਾਈ, ਨਾ ਬਾਪ। ਕਹਿੰਦੇ ਆਪ ਹੀ ਸ਼ਾਹੂਕਾਰ ਸੀ, ਉਹ ਆਪ ਹੀ ਵਣਜਾਰਾ ਸੀ। ਕਹਿੰਦੇ ਉਦੋਂ ਉਹਨੂੰ ਇੱਦਾਂ ਹੀ ਰਹਿਣਾ ਚੰਗਾ ਲੱਗਿਆ, ਇਕੱਲੇ ਨੂੰ ਰਹਿਣਾ ਚੰਗਾ ਲੱਗਿਆ ਪਰਮੇਸ਼ਵਰ ਨੂੰ। ਬਸ ਫਿਰ ਉਹਨੂੰ ਫੁਰਨਾ ਬਣਿਆ ਵੀ ਮੈਂ ਹੁਣ ਇੱਕ ਤੋਂ ਅਨੇਕ ਹੋਣਾ ਹੈ। ਜਾ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਨ ਰਹਾਇਆ। ਉਹਦਾ ਦਿਲ ਕੀਤਾ ਉਤਪਤੀ ਕਰੇ। ਉਹਨੇ ਬਸ ਇੱਕ ਬਚਨ ਕੱਢਿਆ, ਹੁਕਮ ਸ਼ਬਦ, ਦੁਨੀਆ ਪ੍ਰਗਟ ਹੋ ਗਈ। ਇਹਨੂੰ ਸਾਇੰਸ ਕੀ ਕਹਿੰਦੀ ਹੈ? ਬਿਗ ਬੈਂਗ ਥਿਊਰੀ। ਅਖੀਰੀ ਧਮਾਕਾ ਹੋਇਆ ਐਨਰਜੀ ਦਾ ਤੇ ਉਹ ਦੁਨੀਆ ਬਣ ਗਈ। ਸਾਇੰਸ ਇਹ ਗੱਲ ਤੇ ਮੰਨਦੀ ਹੈ ਵੀ ਪਹਿਲਾਂ ਹਨੇਰਾ ਹੀ ਹਨੇਰਾ ਸੀ। ਜਦੋਂ ਤੁਸੀਂ ਇਸ ਸਬਜੈਕਟ ਨੂੰ ਪੜ੍ਹਦੇ ਹੋ ਤੇ ਤੁਹਾਨੂੰ ਕਾਫੀ ਸਮਝ ਪਵੇਗੀ। ਸਾਇੰਸ ਹੁਣ ਅਜੋਕੇ ਸਮੇਂ 'ਚ ਦਾਅਵਾ ਕਰਦੀ ਪਈ ਹੈ। ਗੁਰੂ ਨਾਨਕ ਸਾਹਿਬ 500 ਵਰ੍ਹਾ ਪਹਿਲਾਂ ਦੱਸ ਗਏ ਨੇ ਵੀ ਧੁੰਦੂਕਾਰਾ ਸੀ, ਅੰਧਕਾਰ ਸੀ।
ਅਕਾਲ ਪੁਰਖ ਦੇ ਸ਼ਬਦ ਤੋਂ ਦੁਨੀਆ ਪ੍ਰਗਟ ਹੋਈ। ਸਾਇੰਸ ਕਹਿੰਦੀ ਇੱਕ ਧਮਾਕਾ ਹੋਇਆ। ਕਈ ਬਾਤਾਂ ਸਾਇੰਸ ਵੀ ਉਹੀ ਪਾਉਂਦੀ ਹੈ ਧਰਮ ਵੱਲ ਵੇਖ ਵੇਖ ਕੇ, ਪਰ ਖੈਰ ਇਹ ਖੋਜ ਰਹੇ ਨੇ। ਗੁਰੂ ਨਾਨਕ ਅਕਾਲ ਪੁਰਖ ਦਾ ਸਰੂਪ ਖੰਡਾਂ ਬ੍ਰਹਿਮੰਡਾਂ ਦੇ ਆਪ ਮਾਲਕ ਨੇ, ਉਹਨਾਂ ਪਹਿਲਾਂ ਹੀ ਦੱਸਿਆ ਹੋਇਆ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਮਹਾਰਾਜ ਕਹਿੰਦੇ ਵੇਖੋ ਕੈਸੀ ਕਰਾਮਾਤ ਹੈ। ਕੋਈ ਵੀ ਤੁਸੀਂ ਇਮਾਰਤ ਨੂੰ ਖੜਿਆਂ ਕਰਨਾ ਹੈ ਨਾ, ਫਿਰ ਉਹਦੇ ਉੱਤੇ ਛੱਤ ਪਾਉਣੀ ਹੈ ਤੇ ਥੰਮ ਚਾਹੀਦੇ ਨੇ, ਪਿੱਲਰ ਚਾਹੀਦੇ ਨੇ। ਅਕਾਲ ਪੁਰਖ ਨੇ ਬਿਨਾਂ ਥੰਮਾਂ ਤੋਂ ਅਸਮਾਨ ਥੱਲਿਆ ਹੋਇਆ ਹੈ। ਇਹ ਉਦੋਂ ਪਤਾ ਲੱਗਦਾ ਹੈ ਅਸਮਾਨ ਕਿਤਨਾ ਭਾਰਾ ਹੈ ਜਦੋਂ ਬੱਦਲ ਫਟਦੇ ਨੇ, ਫਿਰ ਤਬਾਹੀ ਤੁਸੀਂ ਵੇਖੀ ਹੈ ਕੈਸੀ ਮਚਾਉਂਦੇ ਨੇ। ਸੋ ਇਹ ਉਹਦੀ ਅਜ਼ਮਤ ਹੈ ਦੀਨ ਦੁਨੀਆ ਦੇ ਮਾਲਕ ਦੀ। ਫਿਰ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ। ਜਿਹੜੇ ਕਹਿ ਦਿੰਦੇ ਨਾ ਇਹ ਮਿੱਥ ਹੈ, ਇਹ ਵਾਧੂ ਦੀਆਂ ਕਹਾਣੀਆਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਹੀਂ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਉਹ ਵੀ ਪੈਦਾ ਕੀਤੇ ਨੇ ਉਸਨੇ, ਉਹ ਵੀ ਵੱਡੀਆਂ ਤਾਕਤਾਂ ਨੇ। ਇਉਂ ਸ੍ਰਿਸ਼ਟੀ ਦੀ ਰਚਨਾ ਕੀਤੀ, ਮਾਇਆ ਪ੍ਰਗਟ ਕੀਤੀ, ਮੋਹ ਵੱਧ ਗਿਆ, ਸੰਸਾਰ ਨਾਲ ਲੋਕ ਜੁੜ ਗਏ, ਨਿਰੰਕਾਰ ਨੂੰ ਭੁੱਲ ਗਏ। ਵਿਰਲੇ ਕਉ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸਬਾਇਆ। ਖੰਡ ਬ੍ਰਹਿਮੰਡ ਪਾਤਾਲ ਆਰੰਭੇ ਗੁਪਤੋ ਪ੍ਰਗਟੀ ਆਏ ਦਾ। ਅਕਾਲ ਪੁਰਖ ਨੇ ਇਹ ਸੋਝੀ ਗੁਰੂ ਦੇ ਸ਼ਬਦ ਰਾਹੀਂ ਕੁਝ ਗੁਰਮੁਖਾਂ ਨੂੰ ਬਖਸ਼ੀ। ਉਹਨਾਂ ਦੀ ਇਹ ਭਾਵਨਾ ਬਣੀ ਹੋਈ ਹੈ ਵੀ ਖੰਡ ਬ੍ਰਹਿਮੰਡ ਇਹ ਪ੍ਰਗਟ ਕਰਨੇ, ਇਹ ਮਿਟਾ ਦੇਣੇ, ਇੱਕ ਅਕਾਲ ਪੁਰਖ ਦੇ ਹੀ ਹੱਥ ਹੈ। ਬਾਕੀ ਤੇ ਐਵੇਂ ਤਾਕਤਾਂ ਨੂੰ ਵੰਡੀ ਫਿਰਦੇ ਨੇ ਜੀ, ਸ਼ੈਤਾਨ ਨੇ ਆਹ ਬਣਾਇਆ, ਭਗਵਾਨ ਨੇ ਆਹ ਬਣਾਇਆ, ਫਲਾਣੇ ਨੇ ਆਹ ਮਿਟਾਇਆ, ਇਹਨੇ ਪਰਵਰਿਸ਼ ਕੀਤੀ ਹੈ। ਇੱਕੋ ਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਹੈ ਬਸ, ਉਹਦੇ ਹੁਕਮ 'ਚ ਬਾਕੀ ਸਾਰੇ ਚੱਲਦੇ ਨੇ। ਤਾਂ ਕਾ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਏ ਦਾ। ਬਾਕੀ ਇਹ ਖੇਲ ਤਮਾਸ਼ਾ ਜਿਹੜਾ ਅਕਾਲ ਪੁਰਖ ਦਾ ਰਚਿਆ ਹੈ, ਇਹਦਾ ਅੰਤ ਕੋਈ ਨਹੀਂ। ਆਪਾਂ ਇੱਕ ਗਲੈਕਸੀ ਵਿੱਚ ਰਹਿੰਦੇ ਹਾਂ ਔਰ ਇਹਦੇ 'ਚੋਂ 9 ਪਲੈਨਟ ਮਰਕਰੀ, ਪਲੂਟੋ ਆਦਿਕ ਖੋਜੀਆਂ ਨੇ, ਲੱਭੇ ਨੇ ਸਾਇੰਸ ਨੇ। ਜਦੋਂ ਮੈਂ ਪੜ੍ਹਦਾ ਸੀ 10-12 ਸਾਲ ਪਹਿਲਾਂ, ਤੇ ਅੱਜ ਉਹ ਕਹਿੰਦੇ ਨੇ ਜੀ ਅਸੀਂ 20 ਤੋਂ ਉੱਪਰ ਗ੍ਰਹਿ ਲੱਭੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਲੱਭਦੇ ਜਾਓ, ਖੋਜ ਕਰਦੇ ਜਾਓ, ਅੰਤ ਕੋਈ ਨਹੀਂ ਹੈ। ਔਰ ਦੇਰ ਆਰ ਮਿਲੀਅਨਸ ਆਫ ਗਲੈਕਸੀਜ਼। ਇੱਕ ਛੋਟਾ ਜਿਹਾ ਇਹ ਮਾਤ ਲੋਕ ਹੈ ਸਾਡਾ, ਔਰ ਇਹਦੇ ਨਾਲੋਂ ਤਕਰੀਬਨ ਸਾਰੇ ਗ੍ਰਹਿ ਹੀ ਵੱਡੇ ਨੇ, ਸਾਰੇ ਤਾਰੇ ਹੀ ਵੱਡੇ ਨੇ। ਸੂਰਜ ਤੇ ਲੱਖਾਂ ਗੁਣਾ ਵੱਡਾ ਹੈ। ਪਤਾ ਹੀ ਨਹੀਂ ਕਿੰਨੇ ਕੁ ਖੰਡ ਬ੍ਰਹਿਮੰਡ ਨੇ, ਕਿੰਨੀਆਂ ਕੁ ਗਲੈਕਸੀਜ਼ ਨੇ। ਅਕਾਲ ਪੁਰਖ ਦਾ ਇੱਕ ਰੋਮ ਵੀ ਨਹੀਂ ਬਣਦਾ, ਏਡੀ ਬੁਲੰਦ ਹਸਤੀ ਹੈ ਉਹ। ਇਹ ਗੁਰੂ ਸਾਹਿਬ ਕਿਰਪਾ ਕਰਨ ਤੇ ਸਮਝ ਪੈਂਦੀ ਹੈ। ਕਹਿੰਦੇ ਜਦੋਂ ਥੋੜ੍ਹੇ ਜਿਹੇ ਡੂੰਘੇ ਜਾਈਏ ਤੇ ਬਿਸਮਾਦ ਹੋ ਜਾਈਦਾ ਹੈ, ਹੈਰਾਨ ਹੋ ਜਾਈਦਾ ਹੈ, ਅਚਰਜ ਹੋ ਜਾਈਦਾ ਹੈ। ਐਸਾ ਵਿਰਾਟ ਰੂਪ ਹੈ ਅਕਾਲ ਪੁਰਖ ਦਾ। ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਐਸੇ ਹੀ ਬਚਨ ਪ੍ਰਗਟ ਕੀਤੇ ਨੇ ਚੰਡੀ ਦੀ ਵਾਰ ਵਿੱਚ। ਖੰਡਾ ਪ੍ਰਥਮੈ ਸਾਜ ਕਹਿ, ਜਿਨ ਸਭ ਸਹਿ ਸਾਰ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ। ਅਕਾਲ ਪੁਰਖ ਦਾ ਹੁਕਮ ਰੂਪੀ ਖੰਡਾ ਚੱਲਦਾ ਹੈ ਦੁਨੀਆ ਤੇ। ਹੁਣ ਖੰਡੇ ਦੀਆਂ 2 ਧਾਰਾਂ ਹੁੰਦੀਆਂ, 2 ਬੰਨਿਓਂ ਕੱਟਦਾ ਹੈ। ਇੱਕ ਪੱਖ ਪੈਦਾਇਸ਼, ਦੂਜਾ ਪੱਖ ਦੂਜੀ ਧਾਰ ਕੱਟਣਾ, ਖਾਤਮਾ ਕਰਨਾ। ਇਹ ਗੁਰੂ ਗੋਬਿੰਦ ਸਿੰਘ ਕਹਿੰਦੇ ਉਹਦੇ ਹੁਕਮ ਰੂਪੀ ਖੰਡੇ ਨਾਲ ਹੀ ਦੁਨੀਆ ਪ੍ਰਗਟ ਹੈ ਤੇ ਮਿਟਦੀ ਹੈ। ਬ੍ਰਹਮਾ ਜੀ, ਵਿਸ਼ਨ ਜੀ, ਮਹੇਸ਼ ਜੀ ਵੀ ਕੁਦਰਤ ਦਾ ਇੱਕ ਖੇਲ ਨੇ, ਉਹਦੇ ਹੁਕਮ ਵਿੱਚ ਹੀ ਪੈਦਾ ਹੋਏ ਨੇ, ਹੁਕਮ 'ਚ ਹੀ ਜਾਣਾ ਪੈਂਦਾ ਹੈ।
ਸਿੰਧ ਪਰਬਤ ਮੇਦਨੀ ਬਿਨ ਥਮਾ ਗਗਨ ਰਹਾਇਆ। ਬੜੇ ਬੜੇ ਪਹਾੜ ਧਰਤੀ ਪ੍ਰਗਟ ਕੀਤੀ ਔਰ ਉੱਪਰ ਅਸਮਾਨ ਬਿਨਾਂ ਥੰਮਾ ਤੋਂ ਖੜਾ ਕੀਤਾ ਹੈ। ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਚੰਗੀ ਭਾਵਨਾ ਵਾਲੇ ਦੇਵ ਪੈਦਾ ਕੀਤੇ, ਮੰਦੀ ਭਾਵਨਾ ਵਾਲੇ ਦੈਂਤ ਪੈਦਾ ਕੀਤੇ, ਫਿਰ ਆਪਸ ਵਿੱਚ ਲੜਾ ਦਿੱਤੇ। ਦੈਂਤਾਂ ਨੇ ਜ਼ਿਆਦਾ ਪਾਪ ਕਮਾਇਆ, ਕਹਿੰਦੇ ਫਿਰ ਤੈਂ ਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ਼ ਕਰਾਇਆ। ਤੂੰ ਦੁਰਗਾ ਪ੍ਰਗਟ ਕੀਤੀ ਦੇਵੀ, ਉਹਨੂੰ ਕਰਾਮਾਤ ਦੇ ਕੇ ਦੈਂਤਾਂ ਦਾ ਸੰਘਾਰ ਕਰਵਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਤੂੰ ਇੱਕ ਬਨੇ ਰਾਮਚੰਦਰ ਜੀ ਪੈਦਾ ਕੀਤੇ, ਦੂਜੇ ਬਨੇ ਰਾਵਣ। ਰਾਮਚੰਦਰ ਜੀ ਨੂੰ ਤਾਕਤ ਦੇ ਕੇ ਰਾਵਣ ਮਿਟਾ ਦਿੱਤਾ। ਕ੍ਰਿਸ਼ਨ ਪੈਦਾ ਕੀਤੇ, ਦੂਜੇ ਬੰਨੇ ਕੰਸ, ਮਾਮਾ ਹੀ ਸੀ ਨਾ ਕ੍ਰਿਸ਼ਨ ਜੀ ਦਾ, ਦੇ ਕੇ ਤਾਕਤ ਕ੍ਰਿਸ਼ਨ ਜੀ ਨੂੰ ਕੰਸ ਦਾ ਖਾਤਮਾ ਕਰਵਾ ਦਿੱਤਾ। ਇੱਕ ਤਮਾਸ਼ਾ ਤੇਰਾ ਹੀ ਰਚਿਆ ਹੋਇਆ ਹੈ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੈ ਤੇਰਾ ਅੰਤ ਨਾ ਪਾਇਆ। ਔਰ ਖੇਲ ਕਿਉਂ ਇਸ ਤਰ੍ਹਾਂ ਖੇਲਦਾ ਹੈ, ਕਿਉਂ ਪੈਦਾ ਕਰਦਾ ਮਿਟਾਉਂਦਾ ਹੈ, ਇਹ ਕੋਈ ਨਹੀਂ ਜਾਣਦਾ। ਇਹ ਕੋਈ ਦਾਵਾ ਵੀ ਕਰੇ ਤੇ ਕੇਵਲ ਸਾਗਰ ਚੋਂ ਇੱਕ ਬੂੰਦ ਦੀ ਪ੍ਰਾਪਤੀ ਹੈ, ਇਹਦੇ ਤੋਂ ਅੱਗੇ ਕੁਝ ਨਹੀਂ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੀ ਹੈ, ਤੂੰ ਆਪੇ ਖੇਲ ਕਰ ਹੈ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਕਹਿੰਦੇ ਅਕਾਲ ਪੁਰਖ ਇਹ ਸਾਰਾ ਤਮਾਸ਼ਾ ਤੇਰਾ ਰਚਿਆ ਹੈ, ਤੇਰੇ ਤੋਂ ਬਿਨਾ ਕੋਈ ਵੀ ਪੈਦਾ ਕਰਨ ਵਾਲਾ ਮਿਟਾਉਣ ਵਾਲਾ ਨਹੀਂ ਹੈ। ਜੇ ਕੋਈ ਦਾਵਾ ਕਰੇ ਨਾ ਰੱਬ ਹੈ ਨਹੀਂ, ਕਹਿੰਦੇ ਜਿਸ ਦਿਨ ਤੂੰ ਉਹਦੀ ਜੋਤ ਖਿੱਚ ਲੈਣਾ ਹੈ, ਫਿਰ ਉਹ ਚੱਲ ਕੇ ਦਿਖਾ ਦਵੇ ਵੀ ਰੱਬ ਤੋਂ ਬਿਨਾ ਕਿਵੇਂ ਚੱਲਦਾ ਹੈ, ਸਾਹ ਲੈ ਕੇ ਵਿਖਾ ਦਵੇ। ਕਈ ਚੁਣਿੰਦਾ ਹੁੰਦੇ ਨੇ, ਸਾਰੇ ਨਹੀਂ। ਹਜ਼ਾਰਾਂ ਸਾਇੰਸਦਾਨ ਨੇ, ਇੱਕ ਦੋ ਮੁਨਕਰ ਹੁੰਦੇ ਨੇ। ਲੱਖਾਂ ਡਾਕਟਰ ਨੇ, ਇੱਕ ਦੋ ਮੁਨਕਰ ਹੋ ਜਾਂਦੇ ਨੇ ਪਰਮਾਤਮਾ ਤੋਂ। ਕੀ ਮੈਡੀਕਲ ਸਾਇੰਸ ਵਾਲਿਆਂ ਨੂੰ ਪਰਮਾਤਮਾ ਦੇ ਬਖਸ਼ੇ ਸਵਾਸਾਂ ਤੋਂ ਬਿਨਾਂ ਦਵਾਈ ਜਿੰਦਾ ਰੱਖ ਸਕੀ ਹੈ? ਨਹੀਂ, ਹਕੀਮ ਮਿਟਦੇ ਨੇ। ਕੀ ਸਾਇੰਸ ਨੇ ਆਰਟੀਫਿਸ਼ਲ ਸਾਹ ਕ੍ਰੀਏਟ ਕਰ ਲਏ ਨੇ ਵੀ ਜ਼ਿੰਦੇ ਰਹਿਣ ਪਰਮਾਤਮਾ ਦੇ ਸਵਾਸ ਖਿੱਚਣ ਤੋਂ ਬਾਅਦ? ਨਹੀਂ ਕਰ ਸਕੇ ਕੁਝ ਵੀ, ਔਰ ਨਾ ਹੀ ਕਰ ਸਕਣਗੇ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਆਂ। ਇੱਕ ਅਕਾਲ ਪੁਰਖ ਹੀ ਹੈ, ਗੁਰਮੁਖਾਂ ਨੂੰ ਸਮਝ ਹੈ, ਉਹਦੀ ਜੋਤ ਹੈ ਤੇਰੇ ਅੰਦਰ। ਤੇਰੇ ਰਿਸ਼ਤੇ ਕਾਇਮ ਨੇ। ਕੋਈ ਤੈਨੂੰ ਪਿਤਾ ਕਹਿੰਦਾ, ਕੋਈ ਮਾਤਾ ਕਹਿ ਰਿਹਾ ਸੀ, ਕੋਈ ਫਰਜ਼ੰਦ ਕਹਿ ਰਿਹਾ ਹੈ, ਕੋਈ ਭੁਜੰਗਣ ਕਹਿ ਰਿਹਾ ਹੈ। ਜਦੋਂ ਜੋਤ ਖਿੱਚ ਲਈ, ਸਾਰੇ ਰਿਸ਼ਤੇ ਟੁੱਟ ਜਾਣੇ ਨੇ। ਇੱਕ ਦ੍ਰਿਸ਼ਟਾਂਤ ਤੁਹਾਨੂੰ ਮੈਂ ਦਿੰਦਾ ਹੈ। ਇੱਕ ਮਾਈ ਨੇ ਆਪਦਾ ਕਾਕਾ ਵਿਆਹ ਲਿਆ। ਨਹੁੰ ਆਈ ਬੜੀ ਦਾਨੀ ਪ੍ਰਦਾਨੀ, ਤੇ ਰੋਜ਼ ਘਰ ਦੀ ਸਾਫ ਸਫਾਈ ਕਰਦੀ ਹੈ। ਕੂੜਾ ਕਰਕਟ ਇਕੱਠਾ ਕਰਕੇ ਘਰੋਂ ਬਾਹਰ ਸੁੱਟ ਦਿੰਦੀ ਹੈ। ਅੱਜ ਝਾੜੂ ਲਾਇਆ, ਕੂੜਾ ਇਕੱਠਾ ਕੀਤਾ, ਬਾਹਰ ਨਹੀਂ ਸੁੱਟਿਆ। ਕੁਝ ਲੱਭਦੀ ਫਿਰਦੀ ਹੈ ਤੇ ਸੱਸ ਨੇ ਪੁੱਛਿਆ, ਧੀਏ ਇਹ ਕੂੜਾ ਬਾਹਰ ਕਿਉਂ ਨਹੀਂ ਸੁੱਟਿਆ? ਕਹਿੰਦੀ, ਮਾਂ ਮੇਰੇ ਹੱਥ ਦੀ ਹੀਰੇ ਦੀ ਅੰਗੂਠੀ ਡਿੱਗ ਪਈ ਹੈ, ਉਹ ਲੱਭ ਨਹੀਂ ਰਹੀ। ਦੂਜਾ ਦਿਨ ਆਇਆ, ਤੀਜਾ ਆਇਆ, ਚੌਥਾ ਆਇਆ, ਉਹ ਨਾ ਲੱਭੀ। 2-4 ਦਿਨ ਲੰਘ ਗਏ। ਅਗਲੇ ਦਿਨ ਮਾਂ ਨੇ ਵੇਖਿਆ ਤੇ ਕੂੜਾ ਹੈ ਨਹੀਂ ਸੀ। ਧੀ ਨੂੰ ਪੁੱਛਿਆ ਵੀ ਹੁਣ ਕੂੜਾ ਕਿੱਥੇ ਹੈ? ਕਹਿੰਦੀ ਕੰਧੋਂ ਪਾਰ। ਕੀ ਕਾਰਨ ਬਣਿਆ? ਕਹਿੰਦੀ ਅੰਗੂਠੀ ਲੱਭ ਗਈ, ਕੀਮਤੀ ਹੀਰਾ ਲੱਭ ਗਿਆ। ਹੁਣ ਲੋੜ ਨਹੀਂ ਰਹੀ ਕੂੜੇ ਦੀ, ਸੁੱਟ ਦਿੱਤਾ ਹੈ। ਇੰਨੀ ਔਕਾਤ ਹੈ ਬੰਦੇ ਦੀ। ਜਿੰਨਾ ਚਿਰ ਪਰਮਾਤਮਾ ਦੇ ਨਾਮ ਦੀ ਅੰਗੂਠੀ ਹੀਰਾ ਤੇਰੇ ਅੰਦਰ ਸਾਹ ਬਣ ਕੇ ਸਮਾਇਆ ਹੈ ਨਾ,
ਤੇਰੀ ਕਦਰ ਹੈ, ਤੈਨੂੰ ਕੋਈ ਪਤੀ ਪਰਮੇਸ਼ਰ ਕਹਿ ਰਿਹਾ ਹੈ, ਕਦੇ ਪਤਨੀ ਦੇ ਤੌਰ 'ਤੇ ਅਦਬ ਕਿਸੇ ਨੂੰ ਮਿਲ ਰਿਹਾ ਹੈ। ਮਾਈ ਬਾਪ ਚੁੰਮ ਰਹੇ ਨੇ ਬੱਚਿਆਂ ਨੂੰ, ਬਾਪ ਦੇ ਗੋਡੀ ਹੱਥ ਫਰਜ਼ੰਦ ਲਾ ਰਿਹਾ ਹੈ, ਮਾਂ ਦੇ ਗੋਡੀ ਹੱਥ ਦਿਲਬੰਦ ਲਾ ਰਿਹਾ ਹੈ। ਜਦੋਂ ਅਕਾਲ ਪੁਰਖ ਨੇ ਜੋਤ ਖਿੱਚ ਲਈ ਐਸੀ ਦਗੇ ਦੀ ਦੁਨੀਆ ਹੈ, ਆਪਣੇ ਬਾਪ ਨੂੰ ਅੱਗ ਵੀ ਬੱਚਾ ਆਪ ਲਾਉਂਦਾ ਹੈ। ਤੇ ਕਿੰਨੇ ਦਿਨ ਕਦਰੋਂ ਕੀਮਤ ਪਈ ਤੇਰੀ, ਜਿੰਨੇ ਦਿਨ ਇਹ ਹੀਰੇ ਵਰਗੇ ਸਵਾਸ ਤੇਰੇ ਅੰਦਰ ਨੇ। ਇਹ ਸਮਝਾਇਆ ਹੈ ਬਾਣੀ ਨੇ ਵੀ ਜਿੰਨਾ ਚਿਰ ਤੇਰੀ ਜੋਤ ਸਾਡੇ 'ਚ ਟਿਕੀ ਹੈ, ਹਰੇ ਭਰੇ ਹੈ, ਸਾਡਾ ਅਦਬ ਹੈ, ਰਿਸ਼ਤੇ ਕਾਇਮ ਨੇ, ਤਖਤੋ ਤਾਜ ਕਾਇਮ ਨੇ। ਜਦੋਂ ਜੋਤ ਖਿੱਚ ਲਈ ਮਿੱਤਰਾ, ਮਿੱਟੀ ਹੋ ਜਾਣਾ ਹੈ। ਇਸ ਤੋਂ ਪਹਿਲਾਂ ਕਿ ਤੱਤਾਂ ਦਾ ਸਰੀਰ ਤੱਤਾਂ ਵਿੱਚ ਮਿਲੇ, ਜੋਤ ਨੂੰ ਅਕਾਲ ਪੁਰਖ ਨਾਲ ਮਿਲਾ ਲੈ, ਇਕਮਿਕ ਕਰ ਲੈ, ਔਰ ਅਕਾਲ ਪੁਰਖ ਨੂੰ ਯਾਦ ਕਰਿਆ ਕਰ, ਉਹਦੇ ਗੀਤ ਗਾਇਆ ਕਰ। ਉਹਦੀ ਕਿਰਪਾ ਨਾਲ ਹੀ ਇਹ ਰੌਣਕਾਂ ਰੰਗੀਨੀਆਂ ਜ਼ਿੰਦਗੀ ਦੀਆਂ ਤੂੰ ਮਾਣ ਰਿਹਾ ਹੈ। ਸੋ ਇਹ ਸਾਰੀ ਖੇਡ ਅਕਾਲ ਪੁਰਖ ਦੀ ਹੈ, ਸਾਰੀ ਰਚਨਾ ਅਕਾਲ ਪੁਰਖ ਦੀ ਹੈ। ਜਦੋਂ ਚਾਹੁੰਦਾ ਹੈ ਵਿਸਥਾਰ ਕਰਦਾ ਹੈ, ਜਦੋਂ ਚਾਹੁੰਦਾ ਹੈ ਮਿਟਾ ਦਿੰਦਾ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ, ਅੱਖ ਝਮਕੇ ਦੁਨੀਆ ਪੈਦਾ, ਨਿਮਖ ਭਰ ਵਿੱਚ ਦੁਨੀਆ ਗਰਕ ਕਰ ਦੇਵੇ। ਇਹ ਸਾਰਾ ਖੇਲ ਅਕਾਲ ਪੁਰਖ ਦਾ ਰਚਿਆ ਹੋਇਆ ਹੈ। ਇਹ ਸਾਨੂੰ ਭੱਟ ਸਾਹਿਬ ਸਮਝਾਉਂਦੇ ਨੇ। ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ। ਐ ਅਕਾਲ ਪੁਰਖ, ਇਹ ਵੀ ਤੇਰਾ ਹੀ ਖੇਲ ਹੈ ਵੀ ਤੂੰ ਆਪ ਦੁਨੀਆ ਤੇ ਗੁਰੂ ਅਰਜਨ ਸਾਹਿਬ ਬਣ ਕੇ ਆਇਆ, ਪ੍ਰਗਟ ਹੋਇਆ, ਔਰ ਉਹਦੇ ਬਾਅਦ ਐ ਅਕਾਲ ਪੁਰਖ ਤੂੰ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਸੰਤੋਖ ਦਾ ਧਾਰਣੀ ਹੋਇਆ ਹੈ। ਤੇਰੇ ਅੰਦਰ ਸੰਤੋਖ ਬੜਾ ਸੀ ਗੁਰੂ ਅਰਜਨ ਦੇ ਰੂਪ ਵਿੱਚ। ਸੰਤੋਖ ਦਾ ਮਤਲਬ ਹੁੰਦਾ ਹੈ ਪਰਮਾਤਮਾ ਨੇ ਜੋ ਦਿੱਤਾ ਹੈ ਉਹਦੇ ਵਿੱਚ ਖੁਸ਼ ਰਹਿਣਾ, ਕੋਈ ਗਿਲਾ ਸ਼ਿਕਵਾ ਨਹੀਂ। ਗੁਰੂ ਅਰਜਨ ਸਾਹਿਬ ਤੋਂ ਵੱਡਾ ਸੰਤੋਖੀ ਕੌਣ ਹੈ? ਸੁੱਖ ਦੁੱਖ ਵਿੱਚ ਸਮ ਰਹੇ। ਜੇ ਹਰਮੰਦਰ ਸਾਹਿਬ ਦੇ ਸਿੰਘਾਸਣ ਤੇ ਬੈਠੇ ਤੇ ਆਨੰਦ ਵਿੱਚ ਸੰਗਤਾਂ ਨੂੰ ਤਾਰ ਰਹੇ ਸਨ, ਚਿਹਰੇ ਤੇ ਨੂਰ ਹੀ ਨੂਰ, ਖੁਸ਼ੀ ਹੀ ਖੁਸ਼ੀ। ਜਿਸ ਦਿਨ ਧਰਮ ਦੀ ਖਾਤਰ, ਇਨਸਾਨੀਅਤ ਦੀ ਖਾਤਰ ਸ਼ਹੀਦ ਹੋਣ ਲੱਗੇ ਤਤੀ ਤਵੀ ਤੇ ਬੈਠੇ ਸਨ, ਉਦਣ ਵੀ ਸੰਤੋਖ ਵਿੱਚ, ਆਨੰਦ ਵਿੱਚ, ਕੋਈ ਗਿਲਾ ਨਹੀਂ। ਚੰਦੂ ਡਰਾ ਰਿਹਾ ਹੈ, ਮੁਰਤਜ਼ਾ ਖਾਨ ਧਮਕਾ ਰਿਹਾ ਹੈ, ਮੌਤ ਦੀ ਸਜ਼ਾ ਜਹਾਂਗੀਰ ਦੀ ਸੁਣਾਈ ਹੋਈ ਹੈ। ਕਦੇ ਤੁਜ਼ਕੇ ਜਹਾਂਗੀਰੀ ਪੜ੍ਹਿਓ, ਪਰਸ਼ੀਅਨ ਵਿੱਚ ਆਟੋਬਾਇਓਗ੍ਰਾਫੀ ਹੈ ਜਹਾਂਗੀਰ ਦੀ। ਉਹ ਲਿਖਦਾ ਮੈਂ ਮੌਤ ਦੀ ਸਜ਼ਾ ਦਿੱਤੀ। ਕਿਉਂ ਦਿੱਤੀ ਸਜ਼ਾ ਤੂੰ ਗੁਰੂ ਅਰਜਨ ਸਾਹਿਬ ਨੂੰ? ਉਹ ਲਿਖਦਾ ਹੈ ਸਿੱਖੀ ਦਾ ਬਾਗ ਬੜਾ ਖਿੜ ਰਿਹਾ ਸੀ, ਹਿੰਦੂ ਮੁਸਲਮਾਨ ਸਿੱਖ ਬਣ ਰਹੇ ਸੀ, ਮੈਨੂੰ ਚੰਗਾ ਨਾ ਲੱਗਾ, ਮੈਂ ਦੁਕਾਨ ਬੰਦ ਕਰਨੀ ਚਾਹੁੰਦਾ ਸੀ ਗੁਰੂ ਨਾਨਕ ਦੀ। ਈਰਖਾ ਵਿੱਚ ਆ ਕੇ ਇਸ ਪਾਪੀ ਜਹਾਂਗੀਰ ਨੇ ਸਜ਼ਾ ਸੁਣਾਈ ਸੀ। ਅੰਜਾਮ ਦਿੱਤਾ ਮੁਰਤਜ਼ਾ ਖਾਨ ਤੇ ਚੰਦੂ ਨੇ, ਗੁਰੂ ਸਾਹਿਬ ਨੂੰ ਸ਼ਹੀਦ ਕੀਤਾ। ਤੇ ਬਾਪੂ ਵੇਖੋ ਸੰਤੋਖ ਵਿੱਚ ਤਤੀ ਤਵੀ ਤੇ ਬੈਠਾ ਕੀ ਕਹਿ ਰਿਹਾ ਸੀ? ਤੇਰਾ ਕੀਆ ਮੀਠਾ ਲੱਗੈ। ਸੋ ਐ ਗੁਰੂ ਅਰਜਨ, ਤੂੰ ਸੰਤੋਖ ਦਾ ਧਾਰਨੀ ਹੈ, ਤੇਰੀ ਐਸੀ ਅਵਸਥਾ ਹੈ। ਜੇ ਚਾਹੁੰਦੇ ਹੋ ਨਾ ਰੱਜ ਮਿਲੇ, ਸੰਤੋਖ ਮਿਲੇ, ਤੇ ਗੁਰੂ ਅਰਜਨ ਦੇ ਗੀਤ ਗਾਇਆ ਕਰੋ। ਕਿਸੈ ਪੜਾਵਹਿ ਪੜ ਗੁਣ ਬੁੱਝੈ, ਸਤਿਗੁਰ ਸ਼ਬਦ ਸੰਤੋਖ ਰਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਸੰਤੋਖ ਧਾਰਿਆ ਜਾ ਸਕਦਾ ਹੈ, ਦੇਵਨੇਤ ਵਿੱਚ ਖੁਸ਼ ਰਿਹਾ ਜਾ ਸਕਦਾ ਹੈ। ਤੇ ਨਾਲ ਬਾਣੀ ਇਹ ਵੀ ਕਹਿੰਦੀ ਹੈ, ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬ੍ਰਿਥੈ ਸਭ ਕਾਜੈ। ਸੰਤੋਖ ਤੋਂ ਬਿਨਾ ਚਿੰਤਾ ਨਹੀਂ ਮਿਟਦੀ, ਸੰਤੋਖ ਤੋਂ ਬਿਨਾ ਰੱਜ ਨਹੀਂ ਆਉਂਦਾ। ਹੁਣ ਇੱਕ ਤ੍ਰਿਸ਼ਨਾ ਹੈ, ਪੈਸਾ ਚਾਹੀਦਾ ਹੈ, ਚੰਗੀ ਗੱਡੀ ਚਾਹੀਦੀ ਹੈ। ਜਦੋਂ ਚੰਗੀ ਗੱਡੀ ਮਿਲ ਜਾਂਦੀ ਕਿਤੇ ਰੱਜ ਆਉਂਦਾ। 40 ਲੱਖ ਵਾਲੀ ਤੋਂ ਫਿਰ ਕਰੋੜ ਵੱਲ ਨੂੰ ਭੱਜਦੇ ਹਾਂ ਆਪਾਂ, ਵੱਡੀ ਗੱਡੀ ਚਾਹੀਦੀ ਹੈ।
ਸਾਈਕਲ ਤੋਂ ਸਕੂਟਰ ਮਿਲ ਗਿਆ, ਸੰਤੋਖ ਨਹੀਂ ਆਇਆ। ਇਹ ਮਨ ਦੇ ਫੁਰਨੇ ਨੇ ਆਪਣੇ। ਅਗਾਂਹ ਦੀ ਅਗਾਂਹ ਆਪਾਂ ਚੱਲਦੇ ਹਾਂ। ਜੇ ਅੱਜ ਲੱਖ ਕਮਾਉਣੇ ਆ, ਕੱਲ੍ਹ ਨੂੰ ਕਰੋੜ ਚਾਹੁੰਦੇ ਆ। ਅੱਗ ਕਦੇ ਵੀ ਲੱਕੜਾਂ ਨਾਲ ਨਹੀਂ ਰੱਜਦੀ ਹੁੰਦੀ। ਦੇਖੋ, ਕਿਰਤ ਕਰਨੀ ਮਾੜੀ ਨਹੀਂ, ਲੱਖ ਤੋਂ ਕਰੋੜ ਬਣਾਉਣਾ ਮਾੜਾ ਨਹੀਂ, ਪਰ ਤ੍ਰਿਸ਼ਨਾ ਦੀ ਅੱਗ ਸਾਨੂੰ ਫਿਰ ਗਲਤ ਕਦਮ ਚੁੱਕਣ ਲਈ ਮਜਬੂਰ ਕਰਦੀ ਹੈ। ਅਸੀਂ ਮੁਰਦਾਰ ਖਾਨੇ ਹਾਂ, ਦੂਜੇ ਦਾ ਹੱਕ ਮਾਰਨ ਲੱਗ ਪੈਂਦੇ ਹਾਂ, ਉੱਥੇ ਗੁਨਾਹ ਹੈ। ਜੇ ਆਪਣੀ ਕਿਰਤ ਕਰਕੇ ਖਾਂਦੇ ਹੋ, ਨਾਮ ਜਪਦੇ ਹੋ, ਤੇ ਫਿਰ ਭਾਵੇਂ ਲੱਖ ਦੀ ਜਗ੍ਹਾ ਕਰੋੜ ਖਰਚੋ, ਫਿਰ ਉੱਥੇ ਗੁਨਾਹ ਕੋਈ ਨਹੀਂ ਹੈ। ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮ ਸੁਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਪਰ ਦੂਸਰੇ ਦਾ ਖੋਹ ਕੇ ਨਹੀਂ ਖਾਣਾ। ਤੇ ਬਾਕੀ ਨਾ ਲੱਖ ਵਾਲਾ ਰੱਜੇ ਨਾ ਕਰੋੜ ਵਾਲਾ ਰੱਜੇ ਉਹ ਤ੍ਰਿਸ਼ਨਾ ਦੀ ਅੱਗ ਉਹਦੀ ਮਿਟੇ ਜਿਹਨੇ ਨਾਮ ਦੇ ਛਿੱਟੇ ਮਾਰੇ ਹੋਏ ਨੇ। ਸੋ ਇਹ ਸੰਤੋਖ ਗੁਰੂ ਦੇ ਬਖਸ਼ੇ ਸ਼ਬਦ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਅਰਜਨ ਸਾਹਿਬ, ਤੁਸੀਂ ਸੰਤੋਖੀ ਹੋ, ਸਭ ਨੂੰ ਸੰਤੋਖ ਬਖਸ਼ਣ ਵਾਲੇ ਹੋ। ਅੱਗੇ ਲਫ਼ਜ਼ ਵਰਤਿਆ ਹੈ ਭੱਟ ਸਾਹਿਬਾਨਾਂ ਨੇ, ਬੇਮਲ। ਗੁਰੂ ਅਰਜਨ ਸਾਹਿਬ ਵਿੱਚ ਮੈਲ ਨਹੀਂ ਹੈ, ਉਹ ਬਿਮਲ ਨੇ, ਮੈਲ ਤੋਂ ਰਹਿਤ ਨੇ, ਸ਼ੁੱਧ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਧੱਬੇ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ। ਪਰਮਾਤਮਾ ਨਿਰਮਲ ਹੈ, ਪਰਮਾਤਮਾ ਦਾ ਉਹ ਰੂਪ ਨੇ। ਅੱਗੇ ਭੱਟ ਸਾਹਿਬ ਨੇ ਬੁੱਧ ਲਫ਼ਜ਼ ਵਰਤਿਆ ਹੈ। ਅੰਦਰਲੀ ਸ਼ਕਤੀ ਨੂੰ ਕਹਿੰਦੇ ਨੇ, ਜੋ ਵਿਚਾਰ ਕਰਦੀ ਹੈ, ਨਿਰਣਾ ਕਰਦੀ ਹੈ ਵੀ ਕਦਮ ਇਹ ਪੁੱਟਣਾ ਹੈ ਜਾਂ ਉਹ ਪੁੱਟਣਾ ਹੈ, ਇਹ ਕਦਮ ਗਲਤ ਪੁੱਟ ਰਹੇ ਆ ਜਾਂ ਠੀਕ ਪੁੱਟ ਰਹੇ ਆ। ਸਿਆਣਪ, ਸੋਝੀ। ਕਹਿੰਦੇ ਤੁਹਾਡੀ ਬੁੱਧੀ ਸਭ ਤੋਂ ਸ੍ਰੇਸ਼ਟ ਹੈ, ਉੱਤਮ ਹੈ, ਮੈਲ ਤੋਂ ਰਹਿਤ ਹੈ। ਤੁਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੰਦੇ ਹੋ, ਸਹੀ ਫੈਸਲਾ ਬਖਸ਼ਦੇ ਹੋ। ਜਿਹੜਾ ਗੁਰੂ ਅਰਜਨ ਸਾਹਿਬ ਨਾਲ ਜੁੜ ਗਿਆ, ਉਹਨੂੰ ਜੀਵਨ ਜਾਚ ਆ ਗਈ, ਉਹਨੂੰ ਕਿਹੜਾ ਕਦਮ ਪੁੱਟਣਾ ਚਾਹੀਦਾ ਹੈ, ਕਿਹੜਾ ਨਹੀਂ ਹੈ, ਉਹਦੇ ਸਾਹਵੇਂ ਇਹ ਰਸਤਾ ਪ੍ਰਗਟ ਹੋ ਗਿਆ। ਸੋ ਭੱਟ ਸਾਹਿਬ ਕਹਿੰਦੇ ਨੇ, ਤੁਹਾਡੀ ਬੁੱਧੀ ਉੱਤਮ ਹੈ, ਸਤ ਗੁਰ ਸਮਾਣੋ। ਔਰ ਤੁਸੀਂ ਵੱਡੇ ਸਤਿਗੁਰੂ, ਜੋ ਤੁਹਾਡੇ ਤੋਂ ਪਹਿਲਾਂ ਗੁਰੂ ਰਾਮਦਾਸ ਨੇ, ਉਹਨਾਂ ਵਿੱਚ ਇਕਮਿਕ ਹੋਏ ਹੋ। ਦੂਸਰਾ ਭਾਵ ਸਮਝਿਓ, ਜਿਹੜਾ ਗੁਰੂ ਅਰਜਨ ਸਾਹਿਬ ਨਾਲ ਜੁੜਿਆ, ਬਾਣੀ ਦਾ ਅਭਿਆਸ ਕੀਤਾ, ਨਿਰਮਲ ਹੋ ਗਿਆ, ਉਹ ਸਤਿਗੁਰਾਂ ਵਿੱਚ ਮਿਲ ਗਿਆ। ਹੁਣ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਵਿੱਚ, ਗੁਰੂ ਅਰਜਨ ਸਾਹਿਬ ਵਿੱਚ ਅਭੇਦ ਨੇ। ਪਾਣੀ ਵਿੱਚ ਪਾਣੀ ਮਿਲੇਗਾ, ਪਾਣੀ 'ਚ ਤੇਲ ਨਹੀਂ ਮਿਲਦਾ। ਗੁਰੂ ਵਿੱਚ ਮਿਲਣ ਲਈ ਸਾਨੂੰ ਨਿਰਮਲ ਹੋਣਾ ਪੈਣਾ, ਤੇ ਨਿਰਮਲ ਹੋਣ ਲਈ, ਧੱਬੇ ਵਿਕਾਰਾਂ ਦੇ ਮਿਟਾਉਣ ਲਈ ਸਾਨੂੰ ਨਾਮ ਦਾ ਸਾਬਣ ਲਾਉਣਾ ਹੀ ਪਵੇਗਾ। ਉੱਤਮ ਬੁੱਧੀ ਫਿਰ ਗੁਰੂ ਬਖਸ਼ਣਗੇ, ਨਿਰਮਲ ਬੁੱਧੀ। ਜਦੋਂ ਨਿਰਮਲ ਹੋ ਗਏ, ਅਕਾਲ ਪੁਰਖ ਵਿੱਚ ਇਕਮਿਕ ਹੋ ਜਾਵਾਂਗੇ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ। ਗੁਰੂ ਨਾਲ ਮਿਲਿਆ ਹੀ ਵਿਕਾਰਾਂ ਦੀ ਮੈਲ ਲੈਂਦੀ ਹੈ। ਜੋ ਸਤ ਸਰੂਪ ਹੈ, ਤਿੰਨਾਂ ਲੋਕਾਂ ਵਿੱਚ ਪ੍ਰਗਟ ਹੈ, ਸ੍ਰੇਸ਼ਟ ਹੈ, ਗੁਰੂ ਨਾਨਕ ਦੇਵ ਮਹਾਰਾਜ। ਅੱਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਬਚਨ ਕਹਿੰਦੇ ਨੇ, ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ। ਅਕਾਲ ਪੁਰਖ ਵਿੱਚ, ਗੁਰਾਂ ਵਿੱਚ ਉਹੀ ਮਿਲੇਗਾ ਜਿਨ੍ਹਾਂ ਨੂੰ ਗੁਰੂ ਆਪ ਮਿਲਾਉਣਾ ਚਾਹਵੇ, ਆਪ ਨਾਮ ਬਖਸ਼ੇ, ਆਪ ਵਿਕਾਰਾਂ ਦੀ ਮੈਲ ਲਾ ਦੇਵੇ। ਨਹੀਂ ਤੇ ਮਨ ਤੇ ਲੱਗਦਾ ਹੀ ਨਹੀਂ ਹੈ ਨਾਮ ਜਪਣ ਵਿੱਚ। ਉਹਦੀ ਕਿਰਪਾ ਹੋਵੇ ਤੇ ਫਿਰ ਹੀ ਮਨ ਟਿਕਦਾ। ਅਰਦਾਸ ਕਰਿਆ ਕਰੋ, ਬਾਪੂ ਮਨ ਟਿਕ ਜਾਵੇ। ਅੱਗੇ ਗੁਰੂ ਅਰਜਨ ਸਾਹਿਬ ਦੀ ਵਡਿਆਈ ਵਿੱਚ ਭੱਟ ਅਗਲੀ ਪੰਕਤੀ ਪ੍ਰਗਟ ਕਰਦੇ ਨੇ, ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ। ਕਹਿੰਦੇ ਐ ਗੁਰੂ ਅਰਜਨ ਸਾਹਿਬ, ਜੋ ਅਜੋਨੀ ਪਰਮ ਈਸ਼ਵਰ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਨਮ ਰਹਿਤ ਹੈ, ਜੋ ਸੰਭਵਿਓ ਦਾ ਮਤਲਬ ਹੁੰਦਾ ਹੈ ਸਵੈ ਯੰਭਵ, ਉਪਜ ਗਿਆ,
ਪੈਦਾ ਹੋ ਗਿਆ। ਸੋ ਜਸ ਕਹਿੰਦੇ ਨੇ ਨੇਕ ਨਾਮੀ ਨੂੰ, ਵਡਿਆਈ ਨੂੰ। ਕਵੀਅਣ, ਕਵੀਅਣ ਦਾ ਮਤਲਬ ਹੁੰਦਾ ਹੈ ਕਵੀ ਲੋਕਾਂ ਨੇ, ਬਹੁ ਵਚਨ ਹੈ। ਐ ਗੁਰੂ ਅਰਜਨ ਸਾਹਿਬ, ਜਦੋਂ ਕਵੀਆਂ ਤੁਹਾਡੀ ਵਡਿਆਈ ਕੀਤੀ ਨਾ, ਤੁਹਾਡੇ ਉਹਨਾਂ ਜੀਵਨ ਵੱਲ ਵੇਖਿਆ, ਤੁਹਾਡੀ ਅਜ਼ਮਤ, ਤੁਹਾਡੀ ਕਰਾਮਾਤ ਪਰਮ ਈਸ਼ਵਰ ਵਾਲੀ ਸੀ। ਤੁਹਾਡਾ ਰੂਪ ਅਕਾਲ ਪੁਰਖ ਦੀ ਮੂਰਤ ਉਹਨਾਂ ਨੂੰ ਲੱਗਦਾ ਹੈ। ਇਸ ਕਰਕੇ ਉਹਨਾਂ ਤੁਹਾਡਾ ਸ਼੍ਰੇਸ਼ਟ ਜਸ ਕਲਮ ਨਾਲ ਪ੍ਰਗਟ ਕੀਤਾ, ਗਲੂਏ ਨਾਲ ਗਾਇਆ। ਕੀ ਆਖਿਆ? ਅਜੋਨੀ ਪ੍ਰਮਾਤਮਾ ਗੁਰੂ ਅਰਜਨ ਬਣ ਕੇ ਦੁਨੀਆ ਤੇ ਪ੍ਰਗਟ ਹੋ ਗਿਆ ਹੈ। ਰੋਗ ਸੋਗ ਮਿਟਾਉਣ ਦੁਨੀਆ ਦੇ ਉੱਤੇ ਆ ਗਿਆ ਹੈ। ਜਿਵੇਂ ਬਾਣੀ ਚਾਹੁੰਦਾ ਨਾ, ਹਰ ਅਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੈ ਭਾਏ ਪਾਵਣਿਆ। ਐ ਗੁਰੂ ਅਰਜਨ ਸਾਹਿਬ, ਜਿਹੜਾ ਤੈਨੂੰ ਪਾਵੇਗਾ ਅਜੋਨੀ ਪਰਮਾਤਮਾ ਨੂੰ ਹੀ ਸਮਝੋ ਉਹਨਾਂ ਨੇ ਪਾ ਲਿਆ। ਤੁਸੀਂ ਇੱਕ ਮੇਕੋ, ਪਰਮਾਤਮਾ ਜੋਤ ਹੈ, ਤੁਸੀਂ ਚੋਲਾ ਹੋ। ਸੋ ਐਸੀ ਮਹਿਮਾ ਗੁਰੂ ਅਰਜਨ ਸਾਹਿਬ ਦੀ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। He himself is absolute. He himself is unrelated. ਕਿਧਰੇ ਉਹ ਸਰਗੁਣ ਹੈ, ਸ਼ਰੀਰ ਹੈ, ਗੁਰੂ ਨਾਨਕ ਹੈ, ਗੁਰੂ ਰਾਮਦਾਸ, ਗੁਰੂ ਅਰਜਨ ਹੈ। ਕਿਧਰੇ ਉਹ ਅਨਰਿਲੇਟਿਡ ਹੈ, ਨਿਰਗੁਣ ਹੈ। ਕਿਧਰੇ ਉਹ ਜੁਦਾ ਹੈ, ਜੋਤ ਸਰੂਪ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ, ਕਵੀ ਤੁਹਾਡੀ ਦਿਨ ਰਾਤ ਵਡਿਆਈ ਗਾਉਂਦੇ ਨੇ ਵੀ ਤੂੰ ਅਕਾਲ ਪੁਰਖ ਦਾ ਰੂਪ ਹੈ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਐ ਅਕਾਲ ਪੁਰਖ, ਤੂੰ ਆਪ ਆਪਣੇ ਮੂਰਤ ਸਤਿਗੁਰਾਂ ਦੀ ਵਡਿਆਈ ਕਵੀਆਂ ਕੋਲੋਂ ਕਰਵਾਉਣਾ ਏ। ਅਨ ਦਿਨ ਨਾਮ ਜਪਹੁ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸੋ ਐਸੇ ਸਤਿਗੁਰਾਂ ਦੇ ਗੀਤ ਸਿੱਖੋ, ਗਾਇਆ ਕਰੋ। ਕਿਉਂਕਿ ਕਰਤੇ ਅਕਾਲ ਪੁਰਖ ਨੇ ਆਪਣੇ ਆਪ ਨੂੰ ਗੁਰਾਂ ਦੇ ਵਿੱਚ ਸਥਿਤ ਕੀਤਾ ਹੈ, ਗੁਰੂ ਅਰਜਨ ਪ੍ਰਗਟ ਕੀਤਾ ਹੈ। ਕਿਹੜੇ ਕਿਹੜੇ ਅਕਾਲ ਪੁਰਖ ਦੇ ਸਰਗੁਣ ਸਰੂਪ ਨੇ? ਅਗਲੀ ਪੰਕਤੀ ਵਿੱਚ ਭੱਟ ਸਾਹਿਬੇ ਬਚਨ ਕਰਦੇ ਨੇ, ਗੁਰੂ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ। ਐ ਅਕਾਲ ਪੁਰਖ, ਪਹਿਲਾਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਏ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਨਾਨਕ ਨਾਨਕ ਹਰ ਸੋਏ। ਜਦੋਂ ਗੁਰੂ ਨਾਨਕ ਸਾਹਿਬ ਬਣ ਕੇ ਪ੍ਰਗਟ ਹੋਏ ਤੇ ਤੁਹਾਡੀ ਸੇਵਾ 'ਚ ਇੱਕ ਗੁਰਮੁਖ ਪਿਆਰਾ ਆਇਆ, ਭਾਈ ਲਹਿਣਾ। ਉਹਨੇ ਇੰਨੀ ਸੇਵਾ ਕੀਤੀ, ਅੰਗਦ ਵਰਿਓ, ਤੁਸੀਂ ਵਰ ਦੇ ਕੇ ਲਹਿਣੇ ਨੂੰ ਆਪਣਾ ਅੰਗ ਬਣਾ ਲਿਆ, ਬਖਸ਼ਿਸ਼ ਕਰਕੇ ਆਪਣਾ ਰੂਪ ਬਣਾ ਲਿਆ। ਵਰ ਦਾ ਮਤਲਬ ਸ਼੍ਰੇਸ਼ਟ ਬਣਾਉਣਾ ਵੀ ਹੈ, ਉੱਤਮ ਬਣਾਉਣਾ ਵੀ ਹੈ। ਵਰ ਦਾ ਮਤਲਬ ਪਤੀ ਵੀ ਹੈ, ਖਸਮ ਵੀ ਹੈ। ਵਰ ਦਾ ਮਤਲਬ ਅਸੀਸ ਵੀ ਹੈ, ਸ਼ਰਾਪ ਦੇ ਉਲਟ ਅਸ਼ੀਰਵਾਦ, ਬਖਸ਼ਿਸ਼। ਕਹਿੰਦੇ ਤੁਸੀਂ ਕਿਰਪਾ ਕਰਕੇ ਗੁਰੂ ਅੰਗਦ ਸਾਹਿਬ ਨੂੰ ਆਪਣੇ ਤਖਤ ਦਾ ਵਾਰਸ ਥਾਪਿਆ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇਛੇ ਸੋ ਫਲ ਪਾਏ। ਸਿੱਖਾ ਚਾਹੁੰਦਾ ਹੈ ਮਨ ਇਛਤ ਫਲ ਮਿਲਣ, ਬਾਬੇ ਲਹਿਣੇ ਵਾਂਗੂ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਿਆ ਕਰ। ਅੱਛਾ, ਜਦੋਂ ਬਾਬੇ ਲਹਿਣੇ ਨੂੰ ਗੁਰੂ ਅੰਗਦ ਬਣਾ ਲਿਆ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ, ਉਹਦੇ ਬਾਅਦ ਗੁਰੂ ਅੰਗਦ ਸਾਹਿਬ ਦੇ ਦਰ ਤੇ ਬਾਬਾ ਅਮਰੂ ਨਿਥਾਵਾਂ ਆਇਆ। ਉਹਨੇ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਇੰਨੀ ਬਖਸ਼ਿਸ਼ ਪ੍ਰਾਪਤ ਕਰ ਗਿਆ। ਕਹਿੰਦੇ ਦੁਨੀਆ ਦੇ ਹਰ ਨਿਧਾਨ ਦਾ ਖਜ਼ਾਨੇ ਦਾ ਮਾਲਕ ਗੁਰੂ ਅਮਰਦਾਸ ਬਣ ਗਿਆ, ਝੋਲੀਆਂ ਭਰਨ ਵਾਲਾ ਦਾਤਾਰ ਬਣ ਗਿਆ। ਨਿਧਾਨ ਦਾ ਮਤਲਬ ਆਸਰਾ ਵੀ ਹੈ। ਕਿਹਾ ਸੀ ਗੁਰੂ ਅੰਗਦ ਸਾਹਿਬ ਨੇ, ਉਹ ਬਾਬਾ ਅਮਰਦਾਸ, ਤੂੰ ਨਿਥਾਵਿਆਂ ਲਈ ਥਾਂ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਗਤਿਆਂ ਦੀ ਗੱਤ ਹੈ, ਨਿਪੱਤਿਆਂ ਦੀ ਪੱਤ ਹੈ। ਇਹ ਬਖਸ਼ਿਸ਼ਾਂ ਹਾਸਲ ਹੋਈਆਂ। ਦੁਨੀਆ ਦੇ ਹਰ ਖਜ਼ਾਨੇ ਦਾ ਮਾਲਕ ਗੁਰੂ ਅਮਰਦਾਸ ਬਣਿਆ, ਗੁਰੂ ਨਾਨਕ ਦੇ ਤਖਤ ਤੇ ਬੈਠ ਕੇ।
ਵੈਸੇ ਨਿਧਾਨ ਦਾ ਮਤਲਬ ਸਮੁੰਦਰ ਵੀ ਹੁੰਦਾ, ਜਿੱਥੇ ਹਰ ਕੋਈ ਲੀਨ ਹੋ ਜਾਵੇ। ਆਇਆ ਗੁਰੂ ਅਮਰਦਾਸ ਤੂੰ ਸਾਗਰ ਹੈ, ਜਿਹਦੇ 'ਚ ਲੱਖਾਂ ਸਿੱਖ ਨਦੀਆਂ ਲੀਨ ਹੁੰਦੇ ਨੇ। ਗੁਰੂ ਸਮੁੰਦ ਨਦੀ ਸਭ ਸਿੱਖੀ, ਜਿਸ ਹੋਏ ਦਇਆਲ ਤਿਸ ਆਪ ਮਿਲਾਵੈ। ਸਰਬ ਨਿਧਾਨ ਗੁਰੂ ਤੇ ਪਾਵੈ। ਚਾਹੁੰਦਾ ਹੈ ਜੇ ਸਿੱਖਾ ਤੈਨੂੰ ਸਾਰੇ ਖਜ਼ਾਨੇ ਮਿਲਣ, ਤੇ ਗੁਰੂ ਦੇ ਦਰ 'ਤੇ ਜਾ ਕੇ ਅਕਾਲ ਪੁਰਖ ਦਾ ਨਾਮ ਜਪਿਆ ਕਰ, ਤੈਨੂੰ ਸਾਰੇ ਖਜ਼ਾਨੇ ਮਿਲ ਜਾਣਗੇ। ਯੂ ਵਿਲ ਰਿਸੀਵ ਆਲ ਦਾ ਟ੍ਰੈਜਰਸ, ਸਭ ਕੁਝ ਗੁਰਾਂ ਪਾਸੋਂ ਮਿਲੇਗਾ। ਰਿੱਧੀਆਂ ਸਿੱਧੀਆਂ ਨਿੱਧੀਆਂ ਝੋਲੀਆਂ ਤੇਰੀਆਂ ਭਰੀਆਂ ਰਹਿਣਗੀਆਂ। ਗੁਰੂ ਦੇ ਦਰ 'ਤੇ ਆਇਆ ਕਰ। ਅਖੀਰਲੀ ਪੰਕਤੀ ਵਿੱਚ ਭੱਟ ਸਾਹਿਬ ਬਚਨ ਕਰਦੇ ਨੇ, ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਦੀ ਸ਼ਾਨ ਵਿੱਚ ਭੱਟ ਕਹਿੰਦੇ ਨੇ, ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਉੱਤੇ ਬਾਬਾ ਜੇਠਾ ਆ ਕੇ ਸੇਵਾ ਕਰਦਾ ਹੈ ਨਾ, ਗੁਰੂ ਖੁਸ਼ ਹੋਏ, ਪ੍ਰਸੰਨ ਹੋਏ, ਆਪਣਾ ਦਾਸ ਬਣਾ ਕੇ ਗੁਰਤਾ ਗੱਦੀ ਦਾ ਚੌਥਾ ਵਾਰਸ ਥਾਪਿਆ ਸ਼੍ਰੀ ਗੁਰੂ ਰਾਮਦਾਸ ਜੀ ਨੂੰ। ਗੁਰੂ ਰਾਮਦਾਸ ਨੂੰ ਵਰ ਦੇ ਕਰਕੇ, ਬਖਸ਼ਿਸ਼ਾਂ ਕਰਕੇ। ਇਹ ਕਿਵੇਂ ਹੋਇਆ? ਜਦੋਂ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ, ਜੋ ਪਾਰਸ ਰੂਪ ਨੇ, ਪਾਰਸ ਨਾਲ ਮਿਲ ਕੇ ਪਾਰਸ ਹੀ ਹੋ ਗਏ ਪਾਤਸ਼ਾਹ। ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਾਬਾ ਗੁਰੂ ਅਰਜਨ ਸਾਹਿਬ ਨੇ ਸੇਵਾ ਕੀਤੀ, ਪਾਰਸ ਰੂਪ ਗੁਰੂ ਰਾਮਦਾਸ ਜੀ ਦੇ ਚਰਨ ਛੂਹ ਲਏ, ਤੇ ਗੁਰੂ ਅਰਜਨ ਸਾਹਿਬ ਵੀ ਪਾਰਸ ਰੂਪ ਹੋ ਗਏ। ਦੇਖੋ, ਪਾਰਸ ਇੱਕ ਤਰ੍ਹਾਂ ਦਾ ਪੱਥਰ ਹੈ, ਜਿਹਦੇ ਨਾਲ ਕੋਈ ਵੀ ਧਾਤ ਲੱਗ ਜਾਵੇ ਤੇ ਸੋਨਾ ਹੋ ਜਾਂਦੀ ਹੈ। ਸੋ ਗੁਰੂ ਰਾਮਦਾਸ ਦੀ ਉਪਾਧੀ ਬੜੀ ਮਹਾਨ ਹੈ। ਕੋਈ ਮਨਮੁਖ ਵੀ ਚਰਨੀ ਲੱਗ ਜਾਵੇ, ਗੁਰਮੁਖ ਹੋ ਜਾਂਦਾ। ਗੁਰੂ ਅਰਜਨ ਸਾਹਿਬ ਤੇ ਫਿਰ ਉਹਨਾਂ ਦੀ ਮਹਾਨ ਅੰਸ਼ ਨੇ। ਸੋ ਗੁਰੂ ਅਰਜਨ ਸਾਹਿਬ ਤੁਹਾਨੂੰ ਵਰ ਦਿੱਤਾ, ਗੁਰੂ ਰਾਮਦਾਸ ਨੇ ਗੁਰਤਾ ਗੱਦੀ ਦਾ ਵਾਰਸ ਥਾਪ ਦਿੱਤਾ। ਪ੍ਰਮਾਣ ਦਾ ਮਤਲਬ ਹੁੰਦਾ ਹੈ ਆਪਣੇ ਸਦਰਸ਼, ਆਪਣੇ ਤੁੱਲ, ਆਪਣੇ ਬਰਾਬਰ ਤੁਹਾਨੂੰ ਟਿਕਾਉਣਾ ਕੀਤਾ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਨੇ। ਜਦੋਂ ਤੁਸੀਂ ਗੁਰਤਾ ਗੱਦੀ ਬਾਬਤ ਇਤਿਹਾਸ ਪੜ੍ਹਦੇ ਹੋ ਨਾ, ਬੜਾ ਅਗੰਮੀ ਇਤਿਹਾਸ ਹੈ। ਗੁਰੂ ਐਸਾ ਪਾਰਸ ਸੀ, ਜਿਹਨੇ ਆ ਕੇ ਚਰਨ ਪਰਸੇ, ਉਹ ਪਾਰਸ ਹੋ ਗਿਆ। ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਜਿਹੜਾ ਵੀ ਹਰੀ ਰੂਪ ਗੁਰੂ ਦੇ ਨਾਲ ਸਪਰਸ਼ ਪਾਉਂਦਾ ਹੈ, ਸੇਵਾ ਕਰਦਾ ਹੈ, ਕਦਮ ਬੋਸੀ ਕਰਦਾ ਹੈ, ਉਹ ਪਾਰਸ ਹੀ ਹੋ ਨਿਬੜਦਾ ਹੈ। ਜਿਨ ਕੋ ਤਖਤ ਮਿਲੇ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ। ਗੁਰੂ ਉਹਨਾਂ ਨੂੰ ਬਖਸ਼ਿਸ਼ ਕਰਕੇ ਆਪਣੇ ਤੁੱਲ ਸਥਾਪਿਤ ਕਰ ਦਿੰਦਾ ਹੈ, ਔਰ ਉਹਨਾਂ ਦੀ ਵਡਿਆਈ ਦੁਨੀਆ 'ਤੇ ਪ੍ਰਗਟ ਹੋ ਜਾਂਦੀ ਹੈ। ਸੋ ਇਹ ਪੰਜਾਂ ਪਾਤਸ਼ਾਹੀਆਂ ਦੀ ਅਜ਼ਮਤ ਬਿਆਨ ਕੀਤੀ ਹੈ ਭੱਟ ਸਾਹਿਬ ਨੇ ਇਸ ਅਖੀਰਲੀ ਪੰਕਤੀ ਵਿੱਚ, ਵੀ ਅਕਾਲ ਪੁਰਖ ਦਾ ਹੀ ਇਹ ਸਾਰੇ ਰੂਪ ਹਨ। ਇਉਂ ਸਮਝ ਲਓ, ਇਹ ਸਾਰੇ ਐਸੀ ਮਿਸਾਲ ਹਨ ਜੋ ਸੱਚ ਦੀ ਰੌਸ਼ਨੀ ਪ੍ਰਗਟ ਕਰਨ ਲਈ ਦੁਨੀਆ 'ਤੇ ਆਏ ਸਨ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਿਆਈ ਪਰਖ ਕੇ ਦਿੱਤੀ। ਜਦੋਂ ਕੋਈ ਅਹੁਦਾ ਮਿਲਦਾ ਹੈ ਨਾ, ਇਮਤਿਹਾਨ 'ਚੋਂ ਲੰਘਣਾ ਹੀ ਪੈਂਦਾ ਹੈ। ਗੁਰਤਾ ਗੱਦੀ ਪਰਖ ਕੇ ਦਿੱਤੀ ਜਾਂਦੀ ਸੀ। ਬਾਬੇ ਸੱਤੇ ਬਲਵੰਡ ਨੇ ਤਾਂ ਹੀ ਬਾਣੀ ਵਿੱਚ ਲਿਖਿਆ ਹੈ, ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀ ਵਦੇ। ਅੱਗੇ ਉਹ ਮਹਾਤਮਾ ਕਹਿੰਦੇ ਨੇ, ਆਪਣੇ ਸਰੀਰ ਦੇ ਪ੍ਰਗਟ
ਰਹਿਣ ਦੇ ਸਮੇਂ ਹੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਨੇ ਤਖਤ ਬਖਸ਼ ਦਿੱਤਾ। ਸਹਿ ਟਿੱਕਾ ਦਿੱਤੋ ਸੋ ਜੀਵ ਦੇ, ਜਿਉਂਦਿਆਂ ਦੀ ਤਖਤ ਦੇ ਦਿੱਤਾ। ਫਿਰ ਗੁਰੂ ਅੰਗਦ ਸਾਹਿਬ ਨੇ ਪਰਖ ਕੀਤੀ, ਗੁਰੂ ਅਮਰਦਾਸ ਨੂੰ ਤਖਤ ਦੇ ਦਿੱਤਾ। ਸਤਿਗੁਰ ਪ੍ਰਤੱਖ ਹੋਂਦੇ ਬਹਿ ਰਾਜ ਆਪ ਟਿਕਾਇਆ। ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਨੂੰ ਆਪਣੇ ਹੁੰਦਿਆਂ ਹੀ ਟਿਕਾ ਦਿੱਤਾ। ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਤੁਸੀਂ ਰੋਜ਼ ਪੜ੍ਹਦੇ ਹੋ ਬਾਣੀ ਵਿੱਚ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਹਰ ਪ੍ਰਕਾਰ ਦੇ ਨਾਲ ਪ੍ਰੀਖਿਆ ਲੈ ਕੇ ਤਖਤ ਦਿੱਤਾ ਗਿਆ ਸੀ, ਐਵੇਂ ਨਹੀਂ ਬਿਠਾ ਦਿੱਤਾ ਤਖਤ ਤੇ, ਕਿਉਂਕਿ ਗੁਰੂ ਦੇ ਦਰ ਤੇ ਸਾਰੇ ਹੀ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਬ੍ਰਹਮਵੇਤੇ ਮਹਾਤਮਾ ਸਨ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਹਰ ਪ੍ਰਕਾਰ ਨਾਲ ਤਸੱਲੀ ਕਰਕੇ ਤਖਤ ਬਖਸ਼ਿਆ। ਫਿਰ ਗੁਰੂ ਰਾਮਦਾਸ ਨੇ ਗੁਰੂ ਅਰਜਨ ਸਾਹਿਬ ਨੂੰ ਤਖਤ ਬਖਸ਼ਣਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਤਬ ਸ਼੍ਰੀ ਰਾਮਦਾਸ ਉੱਠ ਕਰ ਕਹਿ, ਸ਼੍ਰੀ ਫਲ ਅਰ ਪੈਸੇ ਕਰ ਧਰ ਕੈ, ਤੀਨ ਪ੍ਰਦਸ਼ਨਾ ਕੋ ਤਬ ਦੀਨ, ਸ੍ਰੀ ਅਰਜਨ ਸੁਤ ਲਾਇਕ ਚੀਨ, ਤਿੰਨ ਆਗੈ ਧਰ ਮਸਤਕ ਟੇਕਾ, ਅਤ ਆਨੰਦ ਭਾ ਜਲਦ ਬਬੇਕਾ। ਐਨ ਗੁਰੂ ਅਰਜਨ ਸਾਹਿਬ ਨੂੰ ਆਪਣੇ ਸਦਰਸ਼ ਕਰਾਮਾਤੀ ਅਜ਼ਮਤੀ ਜਾਣ ਕੇ ਨਰੀਅਲ ਚਰਨਾਂ ਵਿੱਚ ਰੱਖ ਕੇ, ਤਿਲਕ ਲਾ ਕੇ, ਪ੍ਰਦਖਣਾ ਕਰਕੇ ਮਸਤਕ ਝੁਕਾ ਦਿੱਤਾ। ਨੈਣੀ ਦੇਖੋ ਗੁਰ ਦਰਸ਼ਨੋਂ ਗੁਰ ਚਰਣੀ ਮੱਥਾ। ਇਉਂ ਗੁਰੂ ਅਰਜਨ ਸਾਹਿਬ ਦੁਨੀਆ ਤੇ ਪ੍ਰਗਟ ਹੋਏ। ਪ੍ਰਿਥਵੀ ਚੰਦ ਜੀ ਨੇ ਬੜੀ ਈਰਖਾ ਕੀਤੀ, ਪਰ ਉਹ ਪ੍ਰੀਖਿਆ ਚੋਂ ਪਾਰ ਨਹੀਂ ਹੋਏ। ਉਹ ਅਹੰਕਾਰ ਵਿੱਚ ਚੂਰ ਰਹਿੰਦੇ ਸਨ। ਮੰਦਾ ਚੰਗਾ ਵੀ ਉਹਨਾਂ ਗੁਰੂ ਰਾਮਦਾਸ ਨੂੰ ਬੋਲਿਆ, ਔਰ ਇਹ ਉਪਦੇਸ਼ ਸਮੁੱਚੀ ਮਨੁੱਖਤਾ ਲਈ ਹੈ ਜੋ ਗੁਰੂ ਰਾਮਦਾਸ ਨੇ ਪ੍ਰਿਥਵੀ ਚੰਦ ਨੂੰ ਬਖਸ਼ਿਸ਼ ਕੀਤਾ ਸੀ। ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਵਡੇਰੇ ਤੁਮ ਹੋ, ਤਿਨਸਿਓ ਝਗਰਤ ਪਾਪ। ਕਿਉਂ ਬੱਚਿਆ ਝਗੜਾ ਕਰਦਾ ਹੈ? ਬਾਪ ਦਾ ਪੈਦਾ ਕੀਤਾ ਹੋਇਆ ਬੱਚਾ ਬਾਪ ਨਾਲ ਝਗੜਾ ਕਰੇ, ਠੀਕ ਨਹੀਂ ਲੱਗਦਾ। ਵੇਖ, ਛੋਟੇ ਹੁੰਦੇ ਦੇ ਮੂੰਹ ਵਿੱਚ ਬਾਪ ਬੁਰਕੀਆਂ ਪਾਉਂਦਾ ਹੈ। ਜੇ ਬਿਰਧ ਹੋ ਗਿਆ ਹੈ, ਕਿਉਂ ਦਬਕੇ ਮਾਰਦਾ ਹੈ? ਹੁਣ ਤੂੰ ਉਹਦੀ ਪਰਵਰਿਸ਼ ਕਰ। ਮੁਖ ਅਪਿਆਓ ਬੈਠ ਕੋ ਦੇਨ। ਐਸਾ ਪ੍ਰੇਮ ਮਾਪਿਆਂ ਨਾਲ ਸਾਨੂੰ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ, ਤੁਹਾਡੇ ਮੂੰਹ ਬੁਰਕੀ ਨਹੀਂ ਸੀ ਪੈਂਦੀ ਜੰਮਦਿਆਂ ਦੇ, ਮਾਂ ਨੇ ਦੁੱਧ ਪਿਆਇਆ, ਬਾਪੂ ਨੇ ਉਂਗਲ ਪਕੜ ਕੇ ਚੱਲਣਾ ਸਿਖਾਇਆ। ਹੁਣ ਬਜ਼ੁਰਗ ਹੋ ਗਏ ਨੇ, ਇਹਨਾਂ ਕੋਲੋਂ ਬੁਰਕੀ ਟੁੱਟ ਕੇ ਮੂੰਹ 'ਚ ਨਹੀਂ ਪੈਂਦੀ, ਤੂੰ ਇਹਨਾਂ ਦੇ ਮੁਖ ਵਿੱਚ ਬੁਰਕੀਆਂ ਪਾ। ਐਸਾ ਸਿਧਾਂਤ ਹੈ ਇਹ ਦੁਨੀਆਦਾਰੀ ਦਾ, ਇਹ ਸਾਡੀ ਰਿਸ਼ਤੇਦਾਰੀ ਦਾ। ਖੈਰ, ਗੁਰੂ ਨਾਨਕ ਤੋਂ ਗੁਰੂ ਅਰਜਨ ਪਰਮਾਤਮਾ ਦੇ ਪ੍ਰਤੱਖ ਸਰੂਪ ਨੇ। ਭੱਟ ਸਾਹਿਬਾਨਾਂ ਨੇ ਉਹਨਾਂ ਦੀ ਵਡਿਆਈ ਕੀਤੀ ਹੈ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਦਾ ਧੰਨਵਾਦ। ਬੜੀ ਸਹਿਜਤਾ ਨਾਲ, ਪ੍ਰੇਮ ਨਾਲ ਗੁਰਬਾਣੀ ਆਪ ਸੰਗਤ ਨੂੰ ਸਰਵਣ ਕਰਵਾਉਂਦੇ ਨੇ, ਪ੍ਰੇਰ ਕਰਕੇ ਗੁਰਧਾਮਾਂ ਦੀ ਬੇਅੰਤ ਸੇਵਾ ਕਰਵਾਉਂਦੇ ਨੇ। ਕਾਰ ਸੇਵਾ ਵਾਲੇ ਸਮੂਹ ਮਹਾਂਪੁਰਸ਼ਾਂ ਦਾ ਧੰਨਵਾਦ ਜੋ ਇੱਥੇ ਸੇਵਾਵਾਂ ਕਰਵਾਉਂਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ, ਮੀਡੀਆ ਵਾਲੇ ਵੀਰਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।